ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਧ ਕੇ ਸੁਨਤ ਕੁਟੰਬ ਸਭ ਚਿੰਤਕੈ ਬਸ ਹੋਏ। ਬਹੁਤ ਬੇਸੂਰਤ ਦੁਖੀ ਮਨ ਵਿਪਰਹਿ ਦੋਹਿ ਬਿਦ ਜੋਏ। ਸੁਧ ਕੇ ਸੁਨਤ ਕੁਟੰਬ ਸਭ ਚਿੰਤਾ ਕੇ ਬਸ ਹੋਏ। ਬਹੁਤ ਬੇਸੂਰਤ ਦੁਖੀ ਮਨ ਵਿਪਰਹਿ ਦੋਹਿ ਬਿਦ ਜੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਜੁਗ ਜੁਗ ਅਟਲ। ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਾਰ। ਸ਼ਬਦਾ ਅਵਤਾਰ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਸਥਾਨਾਂ ਤੇ ਦਰਸ਼ਨ ਦਿਦਾਰੇ ਕਰ ਰਹੇ ਸਤਿਗੁਰਾਂ ਦੇ ਹਜ਼ੂਰ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹਾ ਪ੍ਰਾਪਤ ਕਰ ਰਹੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ। ਮਹਾਰਾਜ ਜੀ ਦੀ ਕਿਰਪਾ ਦੇ ਨਾਲ ਆਪਾਂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਜੀਵਨ ਦਾ ਇਤਿਹਾਸ ਸੁਣਾ ਰਹੇ ਹਾਂ। ਪਿਛਲੇ ਸਮੇਂ ਦੇ ਵਿੱਚ ਆਪ ਜੀ ਨੇ ਸਾਖੀ ਸਰਵਣ ਕੀਤੀ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਹੁਕਮ ਕਰਕੇ ਬਾਜ਼ਾਰ ਦੇ ਵਿੱਚ ਵੱਡਾ ਥੜਾ ਤਿਆਰ ਕਰਵਾਇਆ। ਦੀਵਾਨ ਸਜਾਉਣ ਦੇ ਲਈ ਦੀਵਾਨ ਦੀ ਤਿਆਰੀ ਲਈ ਸਿੱਖ ਸੰਗਤਾਂ ਨੂੰ ਕਿਹਾ ਹੈ। ਜਿਹੜੇ ਮਹਾਰਾਜ ਦੇ ਹਜ਼ੂਰ ਰਹਿਣ ਵਾਲੇ ਚੋਬਦਾਰ ਨਕੀਬ ਆਦਿਕ ਨੇ ਉਹਨਾਂ ਨੂੰ ਪਾਤਸ਼ਾਹ ਨੇ ਹੁਕਮ ਕੀਤਾ ਹੈ ਵੀ ਤੁਸੀਂ ਜਾ ਕੇ ਸਾਰੀ ਜੋ ਸੰਗਤ ਕੀਰਤਪੁਰ ਸਾਹਿਬ ਆਈ ਹੈ
ਉਹਨਾਂ ਦੇ ਡੇਰਿਆਂ 'ਤੇ ਸਾਡਾ ਹੁਕਮ ਸੁਣਾ ਦਿਓ ਵੀ ਅੱਜ ਦੀਵਾਨ ਸੱਜਣਾ ਏ, ਅਤੇ ਸਾਰੇ ਹੀ ਆਪੋ ਆਪਣੇ ਡੇਰੇ, ਆਪੋ ਆਪਣੇ ਤੰਬੂ ਪੜਾਵਾਂ ਨੂੰ ਛੱਡ ਕੇ ਦੀਵਾਨ ਵਿੱਚ ਪਹੁੰਚੋ। ਇੱਧਰ ਸਤਿਗੁਰਾਂ ਨੂੰ ਆ ਕੇ ਸਿੱਖ ਨੇ ਦੱਸਿਆ ਵੀ ਪਾਤਸ਼ਾਹ ਜਿਵੇਂ ਤੁਸੀਂ ਕਿਹਾ ਸੀ, ਇਵੇਂ ਸੋਹਣੀ ਚਿੱਟੇ ਰੰਗ ਦੀ ਚਾਨਣੀ, ਫਿਰ ਥੱਲੇ ਚੰਦੋਆ ਸਾਹਿਬ, ਉਹਦੇ ਹੇਠਾਂ ਸੁੰਦਰ ਤਖਤ ਸਜਾਇਆ ਹੈ, ਦੂਰ ਦੂਰ ਤੀਕਰ ਗਲੀਚੇ ਦਰੀਆਂ ਰੰਗਦਾਰ ਵਿਛਾਈਆਂ ਕਰ ਦਿੱਤੀਆਂ ਨੇ। ਆਪ ਜੀ ਚੱਲ ਕੇ ਬਿਰਾਜਮਾਨ ਹੋ। ਛੇਵੇਂ ਪਾਤਸ਼ਾਹ ਨੂੰ ਜਦੋਂ ਸਿੱਖ ਨੇ ਦੱਸਿਆ, ਆਪਣੇ ਪੋਤਰੇ ਸ੍ਰੀ ਹਰਿ ਸਾਹਿਬ ਜੀ ਨੂੰ, ਭਾਈ ਭਾਨਾ ਆਦਿਕ ਨੂੰ ਨਾਲ ਲੈ ਕੇ ਦੀਵਾਨ ਵਿੱਚ ਸਤਿਗੁਰੂ ਬਿਰਾਜਮਾਨ ਹੋਏ। ਆ ਕੇ ਸਭ ਸੰਗਤਾਂ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ, ਥਾਂ ਥਾਈਂ ਬੈਠ ਗਏ। ਰਾਏ ਜੋਧ ਭਾਈ ਭਾਨਾ ਜੀ, ਫਿਰ ਬਾਬਾ ਸੁੰਦਰ ਜੀ, ਪਰਮਾਨੰਦ ਜੀ, ਬੇਦੀਆਂ ਦੇ ਸਾਹਿਬਜ਼ਾਦੇ, ਤ੍ਰਿਹਣ ਦੇ ਸਾਹਿਬਜ਼ਾਦੇ, ਭਾਈ ਭਗਤੂ, ਭਾਈ ਬਹਿਲੋ, ਭਾਈ ਰੂਪਾ ਆਦਿਕ ਬ੍ਰਹਮ ਗਿਆਨੀ ਗੁਰਸਿੱਖ ਵੀ ਮਹਾਰਾਜ ਦੇ ਸਨਮੁਖ ਬੈਠ ਗਏ। ਕੀਰਤਨ ਹੋ ਰਿਹਾ ਹੈ, ਵਾਰਾਂ ਗਾਈਆਂ ਜਾ ਰਹੀਆਂ। ਉਸ ਵੇਲੇ ਪਾਤਸ਼ਾਹ ਨੇ ਹੁਕਮ ਕਰਕੇ 5 ਪੈਸੇ ਲਲੇਰ ਮੰਗਾਇਆ ਅਤੇ ਨਾਲ ਹੀ ਭਾਈ ਭਾਨਾ ਨੇ ਆਪਣੀ ਤਿਆਰੀ ਕੀਤੀ ਹੈ। ਚੰਦਨ ਅਤੇ ਕੇਸਰ ਨੂੰ ਘਸਾ ਕੇ ਤਿਲਕ ਲਾਉਣ ਵਾਸਤੇ ਗੁਰਗੱਦੀ ਦੀ ਤਿਆਰੀ ਕੀਤੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਾਈ ਭਾਨੇ ਨੂੰ ਕਿਹਾ ਵੀ ਉੱਠੋ, ਕਰੋ ਤਿਆਰੀ ਤਿਲਕ ਦੀ, ਅਤੇ ਆਪ ਸਤਿਗੁਰੂ ਉੱਠੇ ਨੇ। ਸ੍ਰੀ ਗੁਰੂ ਹਰਿ ਸਾਹਿਬ ਜੀ ਦੀਆਂ 3 ਪਰਿਕਰਮਾ ਕੀਤੀਆਂ। ਪਰਿਕਰਮਿਆਂ ਕਰਕੇ ਫਿਰ 5 ਪੈਸੇ ਅੱਗੇ ਰੱਖ ਦਿੱਤੇ। ਸਾਰੀ ਮਾਇਆ ਮਹਾਰਾਜ ਤੁਹਾਡੇ ਚਰਨਾਂ ਦੀ ਦਾਸੀ ਕੀਤੀ। ਸ਼੍ਰੀਫਲ ਲਲੇਰ ਰੱਖ ਦਿੱਤਾ। ਸਭ ਸਿਰਾਂ ਵਾਲੇ ਜੀਵ ਤੁਹਾਡੇ ਚਰਨਾਂ ਦੇ ਵਿੱਚ ਝੁਕਣਗੇ। ਇਵੇਂ ਭੇਟਾ ਰੱਖ ਕੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ੍ਰੀ ਗੁਰੂ ਹਰਿ ਸਾਹਿਬ ਜੀ ਨੂੰ ਗੁਰਤਾ ਗੱਦੀ 'ਤੇ ਸਥਾਪਨ ਕਰਦਿਆਂ ਹੋਇਆਂ ਮੱਥਾ ਟੇਕ ਦਿੱਤਾ। ਭਾਈ ਭਾਨਾ ਜੀ ਨੇ ਮਹਾਰਾਜ ਦਾ ਇਸ਼ਾਰਾ ਪਾ ਕੇ ਗੁਰਿਆਈ ਗੱਦੀ ਦਾ ਤਿਲਕ ਲਾਇਆ ਹੈ ਅਤੇ ਸਾਰੀ ਸੰਗਤ ਨੂੰ ਸਤਿਗੁਰਾਂ ਕਿਹਾ ਵੀ ਸਾਡਾ ਰੂਪ ਜਾਣ ਕੇ ਇਹਨਾਂ ਨੂੰ ਸਾਰੇ ਹੀ ਮੱਥਾ ਟੇਕੋ। ਇਹ ਗੁਰੂ ਨਾਨਕ ਦੇਵ ਮਹਾਰਾਜ ਦੀ ਜੋਤ ਦੇ 7ਵੇਂ ਸਰੂਪ ਹਨ। ਗੁਰੂ ਨਾਨਕ ਦੇਵ ਸਾਹਿਬ ਦੀ ਜੋਤ ਅੱਜ ਤੋਂ ਇਹਨਾਂ ਵਿੱਚ ਬਿਰਾਜਮਾਨ ਹੋਵੇਗੀ। ਸਭ ਤੋਂ ਪਹਿਲਾਂ ਭਾਈ ਭਾਨਾ ਜੀ ਨੇ ਸੁੰਦਰ ਜਿਗਾ, ਹੀਰਿਆਂ ਦੀ ਜੜਤ, ਮੋਤੀਆਂ ਨਾਲ ਜੜੀ ਕਲਗੀ ਮਹਾਰਾਜ ਦੇ ਸੀਸ 'ਤੇ ਸਜਾਈ। ਕੁਝ ਵਸਤਰ ਭੇਟਾ ਧਨ ਦੀ ਰੱਖੀ ਅਤੇ ਇੱਕ ਘੋੜਾ ਸਤਿਗੁਰਾਂ ਨੂੰ ਹਾਜ਼ਰ ਕੀਤਾ ਗੁਰਿਆਈ ਗੱਦੀ ਦੇ ਬੈਠਣ ਦੀ ਖੁਸ਼ੀ ਵਿੱਚ। ਫਿਰ ਇਸੇ ਤਰ੍ਹਾਂ ਰਾਏ ਜੋਧ ਨੇ 5 ਘੋੜੇ ਧਨ ਪਦਾਰਥ ਮਹਾਰਾਜ ਨੂੰ ਅਰਪਣ ਕੀਤੇ। ਵਾਰੀ ਵਾਰੀ ਸਭ ਮਸੰਦ ਸਿੱਖ ਸੰਗਤਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਮੰਨ ਕੇ ਗੁਰੂ ਹਰਿ ਸਾਹਿਬ ਜੀ ਨੂੰ ਨਮਸਕਾਰ ਕੀਤੀ। ਇਸ ਤਰ੍ਹਾਂ 7ਵੇਂ ਪਾਤਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਿਆਈ ਗੱਦੀ ਦੇ ਤਖਤ 'ਤੇ ਬਿਰਾਜਮਾਨ ਕੀਤਾ ਹੈ। ਸਿੱਖ ਸੰਗਤਾਂ ਦੇ ਮਨ ਵਿੱਚ ਜਿੱਥੇ ਇੱਕ ਪਾਸੇ ਖੁਸ਼ੀ ਵੀ ਹੈ ਵੀ ਸਤਿਗੁਰਾਂ ਦੇ ਛੋਟੇ ਪੋਤਰੇ ਸ੍ਰੀ ਹਰਿ ਸਾਹਿਬ ਜੀ ਗੁਰੂ ਹਰਿ ਸਾਹਿਬ ਬਣ ਗਏ ਨੇ, ਉੱਥੇ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਦਾ ਅਕਾਲ ਚਲਾਣੇ ਦਾ ਸੋਚ ਕੇ ਵੀ ਸਤਿਗੁਰੂ ਹੁਣ ਜ਼ਰੂਰ ਸੱਚਖੰਡ ਨੂੰ ਜਾਣਗੇ। ਤਾਈਓ ਐਸੀ ਕਿਰਤ ਮਹਾਰਾਜ ਨੇ ਕੀਤੀ ਹੈ ਤਾਂ ਅੰਦਰ ਸੰਗਤਾਂ ਦੇ ਖੂਬ ਜੀ ਪੈਂਦੀ ਹੈ। ਦੁੱਖ ਜਿਹਾ ਵੀ ਹੁੰਦਾ ਵੀ 6ਵੇਂ ਪਾਤਸ਼ਾਹ ਦੇ ਸਰੂਪ ਦੇ ਦਰਸ਼ਨ ਨਹੀਂ ਹੋਣਗੇ। ਹੁਣ ਇੱਦਾਂ ਕਰਦੇ ਹਾਂ ਦੀਵਾਨ ਦੇ ਵਿੱਚੋਂ ਮਹਾਰਾਜ ਉੱਠੇ, ਗੁਰੂ ਹਰਿ ਸਾਹਿਬ ਜੀ ਨੂੰ ਨਾਲ ਲੈ ਕੇ ਘਰ ਵਿੱਚ ਆ ਕੇ ਬਿਰਾਜਮਾਨ ਹੋਏ ਨੇ। ਸਿੱਖ ਸੰਗਤਾਂ ਮਸੰਦ ਆਪਸ ਵਿੱਚ ਬਚਨ ਕਰਦੇ ਨੇ ਵੀ ਵੇਖੋ ਮਹਾਰਾਜ ਦੀ ਪਰਮੇਸ਼ਰ ਦੀ ਵਡਿਆਈ ਹੈ ਪਈ। ਇਹ ਵੱਡਾ ਪੋਤਰਾ ਗੁਰੂ ਸਾਹਿਬ ਤੋਂ ਬੇਮੁਖ ਹੋ ਗਿਆ, ਉਹਨੂੰ ਤੇ ਕੱਢਤਾ। 3 ਪੁੱਤਰ ਵੀ ਕੋਲ ਹੀ ਸਨ, ਹੈ ਵੀ ਆਗਿਆਕਾਰੀ, ਪਰ ਮਹਾਰਾਜ ਨੂੰ ਛੋਟੇ ਪੋਤਰੇ ਨੂੰ ਗੁਰਿਆਈ ਦੇਣਾ ਪਾਇਆ ਹੈ। ਸੰਗਤਾਂ ਸਤਿਗੁਰਾਂ ਦਾ ਜਾਣਾ ਸੁਣ ਕੇ, ਪਰਿਵਾਰ ਵੀ ਸੁਣ ਕੇ ਵਿਰਾਗ ਵਿੱਚ ਵੀ ਹੈ। ਇੱਥੋਂ ਤੀਕਰ ਆਪਾਂ ਸਾਖੀ ਸਰਵਣ ਕੀਤੀ। ਇਹ ਤੋਂ ਅੱਗੇ ਜਿਸ ਪ੍ਰਕਾਰ ਦੇ ਨਾਲ ਇੱਕ ਵਾਰ ਮਾਤਾਵਾਂ ਰੋਸ ਵੀ ਜ਼ਾਹਰ ਕਰਦੀਆਂ ਨੇ ਅਤੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਪੁੱਤਰ ਸੂਰਜਮਲ ਨੂੰ ਵਰ ਬਖਸ਼ਦੇ ਨੇ, ਬਖਸ਼ਿਸ਼ਾਂ ਕਰਦੇ ਨੇ। ਇਹ ਪ੍ਰਸੰਗ ਆਪਾਂ ਸਰਵਣ ਕਰਾਂਗੇ। ਆਓ ਸਤਿਗੁਰਾਂ ਦੇ ਚਰਨ ਕਮਲਾਂ ਦਾ ਧਿਆਨ ਧਾਰੋ।
ਸੀਸ ਝੁਕਾਓ। ਸਤਿਗੁਰੂ ਮਹਾਰਾਜ ਜੀ ਨੂੰ ਸਿਰ ਝੁਕਾਉਂਦਿਆਂ ਰਸਨਾ ਕਰੋ, ਪਵਿੱਤਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਧ ਕੇ ਸੁਣ ਤੂੰ ਕੁਟੰਬ ਸਭ ਚਿੰਤਾ। ਜਦੋਂ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ 7ਵੇਂ ਪਾਤਸ਼ਾਹ ਨੂੰ ਗੁਰਿਆਈ ਗੱਦੀ ਦੇ ਤਖਤ ਤੇ ਬਿਰਾਜਮਾਨ ਕਰਤਾ, ਮਹਾਰਾਜ ਦਾ ਪਰਿਵਾਰ ਸੁਣ ਕੇ ਚਿੰਤਾ ਕਰ ਰਿਹਾ ਹੈ ਕਿ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਮੇਰੀ ਪੀਰੀ ਗੁਰੂ ਘਰ ਦੇ ਵਿੱਚ ਪ੍ਰਗਟ ਕੀਤੀ। ਇੱਕ ਥਾਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੀ ਸਿੱਖੀ ਦਾ ਬਹੁਤਾ ਤੇਜ ਪ੍ਰਤਾਪ ਵਧਾਇਆ ਹੈ। ਸਾਰੇ ਪਰਿਵਾਰ ਨੇ ਜਦੋਂ ਮਹਾਰਾਜ ਦੇ ਸੱਚਖੰਡ ਜਾਣ ਦੀ ਖਬਰ ਸੁਣੀ ਹੈ ਵੀ ਹੁਣ ਸਤਿਗੁਰੂ ਗੱਦੀ ਦੇ ਕੇ ਸੱਚਖੰਡ ਚਲੇ ਜਾਣਗੇ, ਚਿੰਤਾ ਕੇ ਬਸ ਹੋਏ। ਉਸ ਵੇਲੇ ਮਾਤਾਵਾਂ ਚਿੰਤਾ ਦੇ ਵਸ ਹੋਈਆਂ ਨੇ। ਫਿਕਰ ਪੈ ਗਿਆ ਵੀ ਹੁਣ ਅਸੀਂ ਕੀ ਕਰਾਂਗੇ ਸਤਿਗੁਰਾਂ ਦੇ ਬਾਝੋਂ। ਬਹੁਤ ਬੇਸੂਰਤ ਦੁਖੀ ਮਨ। ਤੇ ਦੁਖੀ ਮਨ ਹੋ ਕਰਕੇ ਬਹੁਤ ਬੇਸੂਰਦੀਆਂ ਝੂਰਦੀਆਂ ਹਨ ਮਾਤਾਵਾਂ। ਮਾਤਾ ਜੀ ਦੇ ਮਨ ਦੇ ਵਿੱਚ ਬਹੁਤ ਝੂਰਾ ਲੱਗ ਗਿਆ ਹੈ, ਮਨ ਕਰਕੇ ਦੁਖੀ ਨੇ। ਵਿਪਰੈ ਦੋਹ ਬਿਦ ਜੋਏ। ਕਿਉਂਕਿ ਦੋਵੇਂ ਬਿਦਾਂ ਆਪਣੇ ਵਿਪਰੀਤ ਜਾਣੀਆਂ। ਮਾਤਾ ਮਰਵਾਹੀ ਮਹਾਦੇਵੀ ਜੀ ਵੀ ਦੁਖੀ ਹਨ। ਦੋਵੇਂ ਬਿਦਾ ਇਹ ਜਾਣੀਆਂ, ਇੱਕ ਇਹ ਵੀ ਗੁਰਿਆਈ ਗੱਦੀ ਸਾਡੇ ਪੁੱਤਰ ਸੂਰਜਮਲ ਨੂੰ ਨਾ ਮਿਲ ਕੇ ਸਾਡੇ ਪੋਤਰੇ ਗੁਰੂ ਹਰਿਰਾਏ ਸਾਹਿਬ ਨੂੰ ਮਿਲ ਗਈ ਹੈ। ਇੱਕ ਇਹ ਵੀ ਆਪਣੀ ਅਨੁਕੂਲ ਗੱਲ ਨਾ ਜਾਣੀ। ਦੂਸਰਾ ਇਹ ਵੀ ਹੁਣ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਿਆਈ ਦਿੱਤੀ ਹੈ ਤੇ ਮਰਿਆਦਾ ਰਹੀ ਹੈ। ਜਦੋਂ ਗੁਰਿਆਈ ਬਖਸ਼ ਦਿੰਦੇ ਰਹੇ ਸਤਿਗੁਰੂ, ਫਿਰ ਆਪ ਸੱਚਖੰਡ ਨੂੰ ਚਲੇ ਜਾਂਦੇ ਰਹੇ ਨੇ। ਤੇ ਦੂਸਰੀ ਗੱਲ ਆਪਣੇ ਉਲਟੇ ਜਾਣੀ ਵੀ ਸਾਡੇ ਸੁਆਮੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੀ ਹੁਣ ਸਰੀਰ ਤਿਆਗ ਦੇਣਗੇ। ਚੌਪਾਈ ਭਈ ਸੁਬਤ ਔਰ ਸੁਨ ਮਰ ਮਾਹੀ। ਮਾਤਾ ਮਹਾਦੇਵੀ ਮਰਵਾਹੀ ਜੀ ਨੂੰ ਜਦੋਂ ਪਤਾ ਲੱਗਾ ਹੈ ਤਾਂ ਉਸ ਵੇਲੇ ਸੁਣ ਕੇ ਹਿਰਦੇ ਦੇ ਵਿੱਚ ਬੜੀ ਸ਼ੋਭ ਜੀ ਖੋਭ ਜੀ ਪਈ ਹੈ। ਜਿਸ ਕੋ ਹਿਤ ਹੋਇਆ ਕਿਮ ਨਾਹੀ। ਕਿਉਂਕਿ ਜਿਸ ਦੇ ਮਤਬਲ ਦੀ ਗੱਲ ਕਿਸ ਤਰ੍ਹਾਂ ਵੀ ਨਹੀਂ ਬਣੀ। ਇਹ ਚਾਹੁੰਦੀ ਸੀ ਵੀ ਮੇਰਾ ਪੁੱਤਰ ਸੂਰਜਮਲ ਗੁਰੂ ਬਣੇ, ਤੇ ਮਨ ਦੀ ਭਾਵਨਾ ਮਤਬਲ ਦੀ ਗੱਲ ਨਾ ਪੂਰੀ ਹੋਣ ਕਰਕੇ ਮਹਾਦੇਵੀ ਜੀ ਬਹੁਤ ਦੁਖੀ ਹੋ ਗਏ। ਮੋਹੇ ਪੁੱਤਰ ਉਚਤੀ ਸਭ ਬਾਤ। ਇਸ ਤਰ੍ਹਾਂ ਮਾਤਾ ਰੋਸ ਜ਼ਾਹਰ ਕਰਦੀ ਹੈ ਵੀ ਪਤਾ ਨਹੀਂ ਸਤਿਗੁਰਾਂ ਨੂੰ ਕੀ ਪਾਇਆ ਏ ਵੀ ਜਿਹੜਾ ਮੇਰਾ ਪੁੱਤਰ ਸੂਰਜਮਲ ਹੈ ਉਹਨੂੰ ਗੁਰਿਆਈ ਦੇਣੀ ਇਹ ਉਚਿਤ ਬਾਤ ਸੀ। ਸਾਰੀਆਂ ਚੰਗੀਆਂ ਗੱਲਾਂ ਸੂਰਜਮਲ ਵਿੱਚ ਹਨ। ਧਾਰਤ ਗੁਣਨ ਰਿਦਾ ਅਵਦਾਤ। ਫਿਰ ਗੁਣ ਕੋਈ ਐਸਾ ਨਹੀਂ ਵੀ ਜਿਹੜਾ ਚੰਗਾ ਗੁਣ ਸੂਰਜਮਲ ਵਿੱਚ ਨਾ ਹੋਵੇ। ਮੇਰੇ ਪੁੱਤਰ ਸੂਰਜਮਲ ਨੇ ਸਾਰੇ ਚੰਗੇ ਗੁਣ ਧਾਰਨ ਕੀਤੇ। ਹਿਰਦਾ ਵੀ ਉਸ ਦਾ ਬੜਾ ਉਜਲ ਬੜਾ ਸਾਫ਼ ਦਿਲ ਦਾ ਹੈ। ਲੱਖ ਅਵਕਾਸ ਗੁਰੂ ਟਿਗਿਆਈ। ਇਹ ਮਾਤਾ ਮਰਵਾਹੀ ਜੀ ਨੇ ਰੋਸ ਜਿਹਾ ਕੀਤਾ। ਇਹ ਤੇ ਜਦੋਂ ਮੌਕਾ ਜਿਹਾ ਵੇਖਿਆ ਨਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਇਕਾਂਤ ਵਿੱਚ ਇਕੱਲਿਆਂ ਬਿਰਾਜਮਾਨ ਨੇ, ਤੇ ਮਾਤਾ ਮਰਵਾਹੀ ਜੀ ਮੌਕਾ ਵੇਖ ਕੇ ਸਤਿਗੁਰਾਂ ਦੇ ਨੇੜੇ ਆਏ। ਬੈਠੇ ਆਪਣੇ ਬਿਰਥਾ ਸੁਣਾਈ। ਸਤਿਗੁਰਾਂ ਦੇ ਹਜ਼ੂਰ ਬੈਠ ਕੇ ਆਪਣਾ ਦੁੱਖ ਦੱਸਿਆ। ਮਹਾਰਾਜ ਨੂੰ ਬਿਰਥਾ ਦੱਸੀ ਮਰਵਾਹੀ ਜੀ ਨੇ। ਮੋਹ ਸੁਤ ਮੈਂ ਕਿਆ ਅਵਗੁਣ ਜਾਨਾ। ਕਹਿਣ ਲੱਗੀ, ਹੇ ਮਹਾਰਾਜ, ਹੇ ਸਤਿਗੁਰੂ ਜੀ, ਮੈਨੂੰ ਦੱਸੋ ਵੀ ਮੇਰੇ ਪੁੱਤਰ ਸੂਰਜਮਲ ਵਿੱਚ ਕੀ ਕਮੀ ਵੇਖੀ ਤੁਸੀਂ? ਮੇਰੇ ਪੁੱਤਰ ਵਿੱਚ ਕਿਹੜੇ ਤੁਸੀਂ ਅਵਗੁਣ ਜਾਣੇ ਹਨ? ਜਿਸ ਤੇ ਰਾਖਿਓ ਸੂਸ ਸੁਜਾਨਾ। ਜਿਸ ਕਰਕੇ ਬੜਾ ਹੀ ਸਿਆਣਾ ਪੁੱਤਰ ਮੇਰਾ ਸੂਰਜਮਲ ਤੁਸੀਂ ਖਾਲੀ ਰੱਖ ਲਿਆ। ਕੀ ਮਹਾਰਾਜ ਉਹਦੇ ਵਿੱਚ ਤੁਸੀਂ ਅਵਗੁਣ ਵੇਖਿਆ ਜਿਸ ਕਰਕੇ ਮੇਰੇ ਪੁੱਤਰ ਨੂੰ ਖਾਲੀ ਰਹਿਣ ਦਿੱਤਾ ਹੈ? ਕੋਈ ਉੱਤੇ ਗੁਰਿਆਈ ਦੀ ਬਖਸ਼ਿਸ਼ ਨਹੀਂ ਕੀਤੀ। ਰਾਵਰ ਕੇ ਅਨੁਸਾਰੀ ਸਦਾ। ਮਾਤਾ ਮਹਾਦੇਵੀ ਜੀ ਮਹਾਰਾਜ ਸਾਹਿਬ ਨਾਲ ਜਿਵੇਂ ਮਾਈਆਂ ਕਰਦੀਆਂ ਵੀ ਹੁੰਦੀਆਂ, ਆਪੋ ਆਪਣੇ ਪੁੱਤਰਾਂ ਦਾ ਮੋਹ ਜਿਹਾ ਹੈ, ਖਿੱਚ ਹੁੰਦੀ ਹੈ ਵੀ
ਮੇਰੇ ਬੱਚਿਆਂ ਨੂੰ ਸਭ ਕੁਝ ਮਿਲੇ। ਤੇ ਮਾਤਾ ਮਰਵਾਹੀ ਜੀ ਕਹਿੰਦੇ ਨੇ ਵੀ ਮਹਾਰਾਜ ਫਿਰ ਮੇਰਾ ਪੁੱਤਰ ਸੂਰਜਮਲ ਕਿਹੜਾ ਤੁਹਾਡੀ ਕਦੀ ਆਗਿਆ ਵੀ ਨਹੀਂ ਮੋੜੀ, ਤੁਹਾਡੀ ਆਗਿਆ ਵਿੱਚ ਰਿਹਾ ਏ, ਜਿਵੇਂ ਤੁਸੀਂ ਕਹਿੰਦੇ ਉਸੇ ਤਰ੍ਹਾਂ ਮੰਨਦਾ ਰਿਹਾ ਏ। ਮਾਨਤ ਰਹਿਓ ਹੁਕਮ ਜਦ ਕਥਾ। ਜਦੋਂ ਕਦੋਂ ਵੀ ਮਹਾਰਾਜ ਜੀ ਉਹ ਆਪ ਜੀ ਦੀ ਆਗਿਆ ਹੋਈ ਹੈ, ਜੋ ਵੀ ਤੁਸੀਂ ਹੁਕਮ ਕੀਤਾ ਜਦ ਕਦ ਵੀ ਮੇਰਾ ਪੁੱਤਰ ਸੂਰਜਮਲ ਉਸੇ ਤਰ੍ਹਾਂ ਮੰਨਦਾ ਰਿਹਾ, ਤੁਹਾਡੀ ਰਜਾ ਵਿੱਚ ਰਾਜੀ ਰਿਹਾ ਏ। ਜਿਸ ਕੋ ਚਿਤ ਸੇਵਾ ਮਹਿ ਰਹਿਓ। ਤੇ ਫਿਰ ਜਿਸ ਸੂਰਜਮਲ ਦਾ ਵੀ ਧਿਆਨ ਮਹਾਰਾਜ ਕਿਤੇ ਸੱਜੇ ਖੱਬੇ ਪਾਸੇ ਨਹੀਂ ਗਿਆ, ਵੇਖ ਲਓ ਉਹਦਾ ਚਿੱਤ ਵੀ ਸਦਾ ਤੁਹਾਡੇ ਘਰ ਦੀ ਸੇਵਾ ਕਰਨ ਵਿੱਚ ਹੀ ਰਿਹਾ, ਸੂਰਜਮਲ ਸੇਵਾ ਹੀ ਕਰਦਾ ਰਿਹਾ ਏ। ਅੰਤ ਸਮੇਂ ਲੋ ਕੁਛ ਨਹਿ ਲਹਿਓ। ਤੇ ਵੇਖੋ ਹੁਣ ਤੁਹਾਡਾ ਅੰਤ ਸਮੇਂ ਤੀਕਰ ਹੁਣ ਤੁਸੀਂ ਸੱਚਖੰਡ ਦੀ ਵੀ ਤਿਆਰੀ ਕਰ ਲਈ ਹੈ ਤੇ ਬਹੁਤ ਤੁਹਾਡੀ ਆਗਿਆ ਮੰਨੀ, ਗੁਰੂ ਘਰ ਦੀ ਮੇਰੇ ਪੁੱਤਰ ਸੂਰਜਮਲ ਨੇ ਸੇਵਾ ਵੀ ਕੀਤੀ। ਪਰ ਮਾਤਾ ਮਰਵਾਹੀ ਜੀ ਕਹਿੰਦੇ ਮਹਾਰਾਜ ਕੀ ਫਾਇਦਾ ਹੋਇਆ, ਵੇਖੋ ਹੁਣ ਤੀਕਰ ਖਾਲੀ ਹੈ, ਮੇਰੇ ਪੁੱਤ ਦੇ ਹੱਥ ਕੁਝ ਨਹੀਂ ਲੱਗਾ। ਕਹਾਂ ਕਰਹਿੰਗੇ ਰਾਵਰ ਪਾਛੇ। ਹੁਣ ਮੈਂ ਤਾਂ ਇਹ ਸੋਚ ਕੇ ਦੁਖੀ ਹੈ ਵੀ ਤੁਸੀਂ ਸੱਚਖੰਡ ਨੂੰ ਚਲੇ ਜਾਓਗੇ, ਤੁਹਾਡੇ ਤੋਂ ਪਿੱਛੋਂ ਅਸੀਂ ਦੋਵੇਂ ਕੀ ਕਰਾਂਗੇ ਮਾਂ ਪੁੱਤ। ਕਿਮ ਗੁਜਰਾਨ ਚਲਾਵੇ ਆਸੇ। ਮਹਾਰਾਜ ਸਾਡਾ ਚੰਗੀ ਤਰ੍ਹਾਂ ਗੁਜ਼ਾਰਾ ਘਰ ਦਾ ਕਿਵੇਂ ਚੱਲੇਗਾ, ਗ੍ਰਸਤੀ ਦੇ ਖਰਚ ਕਿਵੇਂ ਪੂਰੇ ਹੋਣਗੇ। ਘਰ ਕੇ ਖਰਚ ਅਨਕ ਪ੍ਰਕਾਰਾ। ਘਰ ਦੇ ਗ੍ਰਸਤੀ ਦੇ ਅਨੇਕਾਂ ਹੀ ਪ੍ਰਕਾਰ ਦੇ ਖਰਚੇ ਹੁੰਦੇ ਆ, ਨਿੱਕੇ ਨਿੱਕੇ ਕਰਕੇ ਬਹੁਤਾ ਹੀ ਖਰਚਾ ਨਿਕਲ ਆਉਂਦਾ, ਹੁਣ ਸਾਡਾ ਗੁਜ਼ਾਰਾ ਕਿਵੇਂ ਚੱਲੇਗਾ। ਅਬ ਲੋ ਆਪ ਲੇਤ ਸਭ ਸਾਰਾ। ਕਿਉਂਕਿ ਮਾਤਾ ਮਰਵਾਹੀ ਜੀ ਕਹਿੰਦੇ ਮਹਾਰਾਜ ਹੁਣ ਤੀਕਰ ਦੇ ਸਾਨੂੰ ਫਿਕਰ ਕੋਈ ਨਹੀਂ ਸੀ ਵੀ ਜੋ ਵੀ ਘਰ ਦਾ ਖਰਚਾ ਸੀ ਅਬ ਲੋ ਆਪ ਲੇਤ ਸਭ ਸਾਰਾ। ਹੁਣ ਤੀਕਰ ਦੇ ਸਾਰੀ ਖਬਰ ਸਾਰ ਤੁਸੀਂ ਆਪ ਲੈਂਦੇ ਰਹੇ ਆ, ਤੁਸੀਂ ਆਪ ਪੁੱਛ ਲੈਂਦੇ ਸੀ ਜਿਹੜੀ ਕੋਈ ਵਸਤੂ ਦੀ ਮੈਨੂੰ ਜਾਂ ਮੇਰੇ ਪੁੱਤਰਾਂ ਨੂੰ ਲੋੜ ਹੁੰਦੀ। ਜਗ ਗੁਰ ਸਭ ਤੇ ਅਹੋ ਬਡੇਰੇ। ਮਹਾਰਾਜ ਤੁਸੀਂ ਜਗਤ ਗੁਰੂ ਹੋ ਤੇ ਸਾਰਿਆਂ ਤੋਂ ਵੱਡੇ, ਸਾਡੀ ਪੁੱਛਗਿਛ ਕਰਦੇ ਰਹੇ। ਦੇਤ ਉਪਾਇਨ ਲੋਕ ਕਨੇਰੇ। ਫਿਰ ਵੇਖੋ ਸਿੱਖ ਸੰਗਤਾਂ ਵੀ ਕਨੇਰੀਆਂ ਤੁਹਾਨੂੰ ਆ ਕੇ ਜਗਤ ਗੁਰੂ ਜਾਣ ਕੇ ਭੇਟਾਵਾਂ ਅਰਪਣ ਕਰਦੇ ਰਹੇ, ਮੱਥੇ ਟੇਕਦੇ ਰਹੇ ਹਨ। ਪੁੱਤਰ ਆਪ ਕੇ ਜੇ ਇਮ ਰਹੇ। ਪਰ ਮਹਾਰਾਜ ਦੱਸੋ ਤੁਹਾਡੇ ਪੁੱਤਰ ਤਾਂ ਖਾਲੀ ਰਹਿ ਗਏ, ਤੇ ਜੇ ਇਹ ਤੁਹਾਡੇ ਪੁੱਤਰ ਇਸੇ ਤਰ੍ਹਾਂ ਹੀ ਸੰਸਾਰ 'ਚ ਰਹੇ ਹੁਣ ਦੇਖੇ ਨਰ ਤਬ ਕਿਆ ਜਸ ਕਹੇ। ਲੋਕ ਵੇਖਣਗੇ ਤੇ ਕੀ ਜਸ ਕਰਨਗੇ ਤੁਹਾਡੇ ਪੁੱਤਰਾਂ ਦਾ, ਉਹ ਕਹਿਣਗੇ ਪਤਾ ਨਹੀਂ ਵੀ ਇਹਨਾਂ 'ਚ ਕੀ ਕਮੀ ਹੋਵੇਗੀ, ਕਿੱਡੇ ਗੌਗਣ ਵਾਲੇ ਹੋਣਗੇ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੀ ਇਹਨਾਂ ਦੇ ਕੋਈ ਬਖਸ਼ਿਸ਼ ਹੀ ਨਹੀਂ ਹੋਈ, ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਦਿੱਤਾ ਹੀ ਨਹੀਂ ਹੈ, ਪਤਾ ਨਹੀਂ ਕੀ ਗੱਲ ਹੈ। ਐਵੇਂ ਮਹਾਰਾਜ ਕਿੰਨਾ ਕੁ ਜਸ ਕਰੂਗਾ ਕੋਈ। ਪਰਹਿ ਮੰਦ ਇਨ ਕੀ ਗੁਜਰਾਨ। ਇਹਨਾਂ ਦੇ ਤੇ ਮਹਾਰਾਜ ਗੁਜ਼ਾਰਾ ਹੀ ਮੰਦਾ ਪੈ ਜਾਊਗਾ, ਜਿਹੜਾ ਕਿਰਤ ਵਿਰਤ ਜੋ ਸੰਸਾਰ ਦਾ ਕਾਰ ਵਿਹਾਰ ਗ੍ਰਸਤ ਦੀ ਮਰਿਆਦਾ ਉਹ ਤਾਂ ਬਿਲਕੁਲ ਬੰਦ ਹੀ ਹੋ ਜਾਵੇਗੀ। ਤਬੇ ਕਹਾਂ ਕਿਰਤ ਕੋ ਠਾਨ। ਇਹਨਾਂ ਦਾ ਕੰਮ ਹੀ ਸਾਰਾ ਰੁਕ ਗਿਆ, ਤੁਸੀਂ ਦਿੱਤਾ ਹੀ ਕੁਝ ਨਹੀਂ ਆਪਣੇ ਪੁੱਤਰ ਸੂਰਜਮਲ ਨੂੰ, ਤੇ ਫਿਰ ਜਦੋਂ ਕੰਮ ਹੀ ਰੁਕ ਗਿਆ ਕਿੱਥੇ ਗੁਜ਼ਾਰਾ ਕਰੇਗਾ, ਕੀ ਕੰਮ ਕਰੇਗਾ। ਅਬ ਲੋ ਸਿੱਖੇ ਨਹਿ ਕੁਛ ਕਰਬੋ। ਮਾਤਾ ਮਰਵਾਹੀ ਜੀ ਰੋਸ ਜਿਹਾ ਮਹਾਰਾਜ ਨੂੰ ਜ਼ਾਹਰ ਕਰਦੇ ਆ, ਕਹਿੰਦੇ ਨੇ ਮਹਾਰਾਜ ਪੁੱਤ ਮੇਰਾ ਕੀ ਕਰੂਗਾ, ਹੁਣ ਇਹ ਤਾਂ ਸਾਰੀ ਉਮਰ ਹੀ ਤੁਹਾਡੇ ਕੋਲ ਹੀ ਰਿਹਾ, ਗੁਰੂ ਘਰ ਦੀ ਕੰਮ ਗੁਰੂ ਘਰ ਦੀ ਸੇਵਾ ਕਰਦਾ ਰਿਹਾ, ਹਰ ਵੇਲੇ ਤੁਹਾਡੇ ਕੋਲ ਰਿਹਾ, ਕੰਮ ਧੰਦਾ ਕੋਈ ਸਿੱਖਿਆ ਨਹੀਂ ਹੈ, ਤੇ ਹੁਣ ਅਚਾਨਕ ਹੀ ਤੁਸੀਂ ਖਾਲੀ ਛੱਡ ਕੇ ਜਾ ਰਹੇ ਹੋ, ਫਿਰ ਪੁੱਤਰ ਕੀ ਕੰਮ ਕਰੇਗਾ। ਪਿਤਾ ਸਮਰੱਥ ਉਦਾਰ ਵਿਚਰਬੇ। ਕਿਉਂਕਿ ਇਹਨਾਂ ਨੂੰ ਇਹ ਸੀ ਵੀ ਸਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਸਮਰੱਥ ਨੇ, ਬਹੁਤ ਵੱਡੇ ਨੇ, ਤੇ ਉਹਨਾਂ ਦੀ ਸੇਵਾ ਵਿੱਚ ਸਾਨੂੰ ਜ਼ਿਆਦਾ ਫਾਇਦਾ, ਇਸ ਲਈ ਇਹਨਾਂ ਕੋਈ ਦੁਨੀਆ ਵਾਲਾ ਕੰਮ ਧੰਦਾ ਸਿੱਖਿਆ ਹੀ ਨਹੀਂ, ਵਪਾਰ ਕਰਨਾ। ਇਹ ਮਾਲਕ ਥੇ ਪੁੱਤਰ ਤੁਮਾਰੇ। ਮਹਾਰਾਜ ਜੀ ਇਹ ਤੁਹਾਡੇ ਪੁੱਤਰ ਤੁਹਾਡੇ ਸਿਰ ਤੇ ਤੁਹਾਡੇ ਹੁੰਦਿਆਂ ਮਾਲਕ ਸਨ, ਇਹਨਾਂ ਦੇ ਅਧੀਨ ਸੀ ਸਾਰਾ ਕੁਝ ਜੋ ਵੀ ਆਉਂਦਾ ਜਾਂਦਾ ਸੀ। ਸਭ ਬਿਦਸੂ ਸਹਿ ਰਾਖ ਲਚਾਰੇ। ਪਰ ਹੁਣ ਤਾਂ ਮਹਾਰਾਜ ਮਾਲਕਾਂ ਤੋਂ ਇੱਕਦਮ ਹੀ ਥੱਲੇ ਡਿੱਗ ਪਏ, ਹਰ ਤਰ੍ਹਾਂ ਕਰਕੇ ਖਾਲੀ ਕਰ ਦਿੱਤਾ ਤੁਸੀਂ ਆਪਣੇ ਪੁੱਤਰਾਂ ਨੂੰ। ਸੂਰਜਮਲ ਤਾਂ ਹੁਣ ਲਾਚਾਰ ਹੀ ਹੋ ਗਿਆ, ਗਰੀਬ ਜਿਹਾ ਹੀ ਰਹਿ ਗਿਆ, ਇਹਦੇ ਪੱਲੇ ਕੀ ਰਿਹਾ ਹੁਣ।
ਕਹਾਂ ਕਰਹਿ ਦਬ ਦੇਹੋ ਬਤਾਏ। ਮਾਤਾ ਜੀ ਕਹਿੰਦੇ ਮਹਾਰਾਜ ਤੁਸੀਂ ਦੱਸ ਦਿਓ ਵੀ ਹੁਣ ਇਹ ਕਿਹੜਾ ਕੰਮ ਕਰੇ, ਕੰਮ ਤੇ ਕੋਈ ਸਿੱਖਿਆ ਨਹੀਂ ਹੈ, ਹਰ ਵੇਲੇ ਗੁਰੂ ਘਰ ਦੀ ਸੇਵਾ, ਗੁਰੂ ਘਰ ਦੀ ਸੇਵਾ, ਤੇ ਹੁਣ ਇੱਕਦਮ ਕੰਮ ਕਰਨਾ ਪੈਣਾ ਤੇ ਕੰਮ ਕੋਈ ਆਉਂਦਾ ਨਹੀਂ, ਵਪਾਰ ਕੋਈ ਸਿੱਖਿਆ ਨਹੀਂ, ਤੁਸੀਂ ਦੱਸੋ ਕੀ ਕਿਰਤ ਕਰੇ ਸੂਰਜ ਮੱਲ। ਜਥਾ ਜੀਵਕਾ ਇਹ ਚਲਾਏ। ਇਸ ਕਿਰਤ ਕਰਕੇ ਸੂਰਜ ਮੱਲ ਆਪਣੀ ਜੀਵਕਾ, ਆਪਣੇ ਘਰ ਦਾ ਗੁਜ਼ਾਰਾ ਚਲਾਵੇ, ਉਹ ਕੰਮ ਤੁਸੀਂ ਹੀ ਦੱਸ ਦਿਓ। ਪੋਤਰਾ ਮਾਲਕ ਆਪ ਬਣਾਇਓ। ਆਪ ਨੇ ਤਾਂ ਆਪਣੇ ਪੋਤਰਿਆਂ ਨੂੰ ਹੀ ਮਾਲਕ ਬਣਾਤਾ ਸਭ ਕਾਸ ਦਾ। ਗੁਰਤਾ ਦੇ ਕਰ ਬਹੁ ਬਿਦਤਾਇਓ। ਆਪਣੇ ਛੋਟੇ ਪੋਤਰੇ ਸ੍ਰੀ ਹਰਿ ਸਾਹਿਬ ਨੂੰ ਗੁਰਤਾ ਗੱਦੀ ਬਖਸ਼ ਕੇ ਤੇ ਬਹੁਤਾ ਪ੍ਰਗਟ ਕੀਤਾ, ਸਾਰਿਆਂ ਦੇ ਵਿੱਚ ਉਹਨਾਂ ਨੂੰ ਪ੍ਰਗਟ ਕਰ ਦਿੱਤਾ ਵੀ ਸਾਰੇ ਇਹਨਾਂ ਦੇ ਅੱਗੇ ਹੀ ਆ ਕੇ ਮੱਥੇ ਟੇਕੋ। ਹੁਣ ਚੱਚੇ ਛਰੀਕਨ ਕੋ ਮਨ ਜਾਣੇ। ਇਸ ਕਰਕੇ ਮਹਾਰਾਜ ਦੱਸੋ ਤੁਹਾਡੇ ਪੁੱਤਰ ਕੀ ਕਰਨਗੇ, ਕਿਉਂਕਿ ਉਹ ਸਾਡੇ ਪੋਤਰੇ ਜਿਹੜੇ ਨੇ ਉਹਦੇ ਆਪਣੇ ਚਾਚਿਆਂ ਨੂੰ ਸ਼ਰੀਕ ਜਾਣਨਗੇ, ਸ਼ਰੀਕਾਂ ਵਾਲਾ ਹੀ ਵਿਹਾਰ ਕਰਨਗੇ। ਕਿਮ ਹਰ ਰਾਏ ਪ੍ਰੇਮ ਕੋ ਠਾਨੇ। ਦੱਸੋ ਫਿਰ ਸ੍ਰੀ ਹਰਿ ਸਾਹਿਬ ਜੀ ਆਪਣੇ ਚਾਚਿਆਂ ਨਾਲ ਕਿਵੇਂ ਪ੍ਰੇਮ ਕਰਨਗੇ, ਉਹ ਤਾਂ ਸ਼ਰੀਕ ਹੀ ਸਮਝਣਗੇ ਨਾ ਆਪਣਾ। ਇਹ ਮਾਤਾ ਦੀ ਅੰਦਰ ਦੀ ਅਵਸਥਾ ਏ, ਇਹਦਾ ਮਹਾਰਾਜ ਸਾਹਿਬ ਤੇ ਸੂਰਜ ਮੱਲ ਜੀ ਦੀ ਜੋ ਅਵਸਥਾ ਉਹ ਤਾਂ ਅੱਗੇ ਅਖੀਰ ਚਾਹੂ। ਸੂਰਜ ਮੱਲ ਨਹੀਂ ਕੁਝ ਮੰਗ ਰਿਹਾ, ਮਾਂ ਅੰਦਰੋਂ ਜੋ ਮਾਂ ਦਾ ਹਿਰਦਾ ਹੁੰਦਾ ਹੈ ਨਾ, ਉਹ ਆਪਣਾ ਵੇਦਨਾ ਜੀ ਦੱਸ ਰਹੀ ਹੈ, ਤਾਂ ਇਹੋ ਜਿਹੇ ਬਚਨ ਆ ਰਹੇ ਹਨ। ਸੁਨ ਸ੍ਰੀ ਹਰਿ ਗੋਬਿੰਦ ਬਖਾਨੀ। ਮਰਵਾਹੀ ਜੀ ਦਾ ਇਸ ਗਿਲਾ ਸ਼ਿਕਵਾ ਜਿਹਾ ਸੁਣ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਕਿਉਂ ਚਿੰਤਾ ਚਿਤ ਕੀਨ ਮਹਾਨੀ। ਮਹਾਰਾਜ ਕਹਿੰਦੇ ਹੇ ਮਾਂ ਦੇਵੀ, ਇੰਨੀ ਕਾਹਦੀ ਤੂੰ ਮਨ ਵਿੱਚ ਚਿੰਤਾ ਕਰਦੀ ਹੈ, ਕਿਉਂ ਫਿਕਰ ਕਰ ਰਹੀ ਹੈ। ਮਤ ਸਾਰੇ ਆਦ ਤਿਆਗ ਔਰ ਦੀਜੈ। ਜਿਹੜੀ ਮਤਸਰ ਆਦ ਕੀਰਖਾ ਆਦਿਕ ਜੀ ਹੈ ਨਾ, ਵੀ ਪੋਤਰਿਆਂ ਨੂੰ ਮਾਣ ਮਿਲ ਗਿਆ ਤੇ ਪੁੱਤਰ ਖਾਲੀ ਰਹਿ ਗਿਆ, ਈਰਖਾ ਜੀ ਜਿਹੜੀ ਹਿਰਦੇ ਚੋਂ ਤਿਆਗ ਦੇ। ਨਹੀਂ ਸੋਭ ਕੋ ਮਨ ਮਹਿ ਕੀਜੇ। ਆਪਣੇ ਮਨ ਵਿੱਚ ਵੀ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਕੋਈ ਸ਼ੋਭ ਜੀ, ਕੋਈ ਫਿਕਰ ਦਿਆ, ਕੋਈ ਕਾਹਲੀ ਜੀ ਨਾ ਕਰ, ਐਵੇਂ ਧੀਰਜ ਦੇ ਵਿੱਚ ਰਹਿ, ਈਰਖਾ ਛੱਡ ਦੇ। ਗੁਰ ਕੇ ਸਿੱਖ ਜੇ ਸਿਦਕ ਕਮਾਵੇ। ਤੈਨੂੰ ਇਹ ਦੱਸਦੇ ਆ ਵੀ ਜਿਹੜਾ ਗੁਰੂ ਨਾਨਕ ਦੇ ਘਰ ਦਾ ਸਿੱਖ ਹੁੰਦਾ ਹੈ ਨਾ, ਆਮ ਗਰੀਬ ਜਿਹਾ ਕੋਈ ਸਿੱਖ ਵੀ ਹੋਵੇ, ਤੇ ਜੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿੱਖ ਵੀ ਸਿਦਕ ਕਮਾਵੇ, ਸਿਦਕ ਦੇ ਵਿੱਚ ਰਹੇ, ਆਪਣੇ ਗੁਰੂ ਤੇ ਭਰੋਸਾ ਰੱਖੇ, ਤਿਨ ਪਰਵਾਹ ਨਾ ਸਭ ਕਿਛ ਪਾਵੇ। ਉਹ ਕੋਈ ਗਰੀਬ ਗੁਰਬਾ ਸਿੱਖ ਵੀ ਸਿਦਕ ਕਮਾ ਲਵੇ, ਉਹਨੂੰ ਵੀ ਕਿਸੇ ਤਰ੍ਹਾਂ ਦੀ ਮਹਾਰਾਜ ਕਹਿੰਦੇ ਪਰਵਾਹ ਨਹੀਂ ਰਹਿੰਦੀ ਦੁਨੀਆ ਦੇ ਅੰਦਰ, ਵੀ ਮੈਂ ਕੀ ਕਰੂੰਗਾ, ਮੈਂ ਕਿੱਥੇ ਜਾਊਂਗਾ। ਗੁਰੂ ਦਾ ਸਿੱਖ ਸੇਵਾ ਕਮਾਵੇ ਤਾਂ ਉਹ ਵੀ ਸਭ ਕੁਝ ਪਾ ਲੈਂਦਾ ਏ। ਦੋਹ ਲੋਕਨ ਕੇ ਸੁਖ ਕੋ ਲੇਤ। ਇਸ ਲੋਕ ਦੀ ਕੀ ਗੱਲ ਕਰਦੀ ਹੈ, ਜਿਹੜਾ ਸਿੱਖ ਗੁਰੂ ਘਰ ਦੀ ਸੇਵਾ ਕਰੇ, ਸਤਿਗੁਰੂ ਜੀ ਕਹਿੰਦੇ ਉਹਨੂੰ ਦੋਵਾਂ ਲੋਕਾਂ ਦੇ ਸੁੱਖ ਮਿਲਦੇ ਆ। ਇੱਥੋਂ ਦੇ ਸੁੱਖ ਵੀ ਮਿਲਦੇ ਆ ਸੇਵਾ ਕਰਕੇ ਸਿੱਖਾਂ ਨੂੰ, ਅੱਗੇ ਦੇ ਸੁੱਖ ਵੀ ਮਿਲਦੇ ਆ, ਸੇਵਾ ਦੇ ਵਿੱਚੋਂ ਹੀ ਸਭ ਕੁਝ ਪ੍ਰਾਪਤ ਹੁੰਦਾ ਏ। ਕਮੀ ਨਾ ਕੋਈ ਰਹੇ ਨਕੇਤ। ਜਿਹੜਾ ਗੁਰੂ ਦੇ ਭਾਵਨਾ ਸਿਦਕ ਰੱਖਣ ਵਾਲਾ ਗੁਰਸਿੱਖ ਪਿਆਰਾ ਸੇਵਾ ਕਰਦਾ ਏ, ਕਿਸੇ ਪ੍ਰਕਾਰ ਦੀ ਮਹਾਰਾਜ ਕਹਿੰਦੇ ਉਹਨੂੰ ਕਮੀ ਨਹੀਂ ਰਹਿੰਦੀ, ਉਹਦੇ ਘਰ ਦੇ ਵਿੱਚ ਕੋਈ ਤਰੁੱਟੀ ਨਹੀਂ ਰਹਿੰਦੀ, ਫਿਰ ਦਰਿਦਰ ਨਹੀਂ ਰਹਿੰਦਾ। ਇਹ ਗੁਰ ਕੇ ਸੁਤ ਸਭ ਕਿਛ ਲਾਇਕ। ਫਿਰ ਇਹ ਜਿਨ੍ਹਾਂ ਦੀ ਤੂੰ ਗੱਲ ਕਰਦੀ ਐ, ਸੂਰਜ ਮੱਲ, ਇਹਨੇ ਸੇਵਾ ਵੀ ਕੀਤੀ ਹੈ ਸਿੱਖ ਬਣ ਕੇ, ਨਾਲੇ ਮਹਾਰਾਜ ਕਹਿੰਦੇ ਗੁਰੂ ਪੁੱਤਰ ਹੈ, ਇਹ ਸਾਡੇ ਰਾਹੀਂ, ਇਹ ਸਾਡੀ ਅੰਸ਼ ਬੰਸ਼ ਪ੍ਰਗਟ ਹੋਈ ਹੈ ਸੰਸਾਰ ਦੇ ਵਿੱਚ। ਇਹ ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਹਰ ਤਰ੍ਹਾਂ ਕਰਕੇ ਸੁੱਖਾਂ ਦੇ ਲੈਣ ਦੇ ਲਾਇਕ ਯੋਗ ਹਨ। ਸਕਲ ਸੰਗਤ ਚਰਨ ਮਨਾਇਕ। ਆਸ਼ਾ ਕਹਿੰਦੇ ਈਰਖਾ ਛੱਡ ਦੇ, ਫਿਕਰ ਤਿਆਗ ਦੇ। ਇਹ ਸੂਰਜ ਮੱਲ ਆਦਿਕ ਜਿਹੜੇ ਸਾਡੇ ਸਾਹਿਬਜ਼ਾਦੇ ਨੇ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿੱਖ ਬਣ ਕੇ ਰਹਿਣ, ਸਾਰੀ ਸੰਗਤ ਦੇ ਮੰਨਣ ਯੋਗ ਨੇ। ਸਾਰੀਆਂ ਸੰਗਤਾਂ ਇਹਨਾਂ ਨੂੰ ਸਾਡੇ ਸਾਹਿਬਜ਼ਾਦੇ, ਸਾਡੀ ਵੰਸ਼ ਜਾਣ ਕੇ ਮਾਣ ਸਨਮਾਨ ਦੇਵੇਗੀ, ਇਹਨਾਂ ਦੇ ਚਰਨਾਂ ਦੀ ਪੂਜਾ ਪੁਜਾਰੀ ਕਰੇਗੀ। ਇਨ ਕੋ ਕਹਾਂ ਰਹੇ ਪਰਵਾਹੂ। ਫਿਰ ਤੂੰ ਕਾਹਦੀ ਚਿੰਤਾ ਕਰਦੀ ਹੈ ਮਾਂ ਦੇਵੀ, ਇਹਨਾਂ ਨੂੰ ਕਾਹਦੀ ਪਰਵਾਹ ਰਹਿਣੀ ਹੈ, ਕੋਈ ਇਹਨਾਂ ਨੂੰ ਫਿਕਰ ਕਰਨ ਦੀ ਨਹੀਂ ਲੋੜ।
ਇਹਨਾਂ ਨੂੰ ਕੋਈ ਚਿੰਤਾ ਕਰਨ ਦੀ ਨਹੀਂ ਲੋੜ। ਗੁਰੂ ਨਾਨਕ ਸਾਹਿਬ ਦੀਆਂ ਬਹੁਤ ਬਖਸ਼ਿਸ਼ਾਂ ਹੋਣਗੀਆਂ ਇਹਨਾਂ ਦੇ ਘਰ ਵਿੱਚ। ਸਰਬ ਪਦਾਰਥ ਹੋਏ ਕਰਮਾਹੂ। ਹਰ ਤਰ੍ਹਾਂ ਦਾ ਪਦਾਰਥ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਘਰ ਵਿੱਚ ਹੋਵੇਗਾ। ਗੁਰਤਾ ਕੀ ਦੀਰਘ ਵਡਿਆਈ। ਅਤੇ ਫਿਰ ਜਿਹੜੀ ਗੱਲ ਹੈ ਨਾ ਗੁਰਤਾ ਗੱਦੀ ਦੀ ਗੱਲ, ਇਹ ਗੁਰਤਾ ਗੱਦੀ ਮਹਾਰਾਜ ਕਹਿੰਦੇ ਬਹੁਤ ਵੱਡੀ ਵਡਿਆਈ ਹੈ। ਸੋ ਪ੍ਰਭ ਕੇ ਕਰ ਹੈ ਸਦਾਈ। ਇਹ ਤੂੰ ਵਾਰ-ਵਾਰ ਨਾ ਕਹਿ ਵੀ ਗੱਦੀ ਕਿਉਂ ਨਹੀਂ ਦਿੱਤੀ, ਮੇਰੇ ਪੁੱਤਰ 'ਚ ਕੀ ਕਮੀ। ਇਹ ਗੁਣਾ ਔਗਣਾ ਦੀ ਗੱਲ ਨਹੀਂ, ਇਹ ਤਾਂ ਪਰਮੇਸ਼ਰ ਦੇ ਵੱਸ ਦੀ ਗੱਲ ਹੈ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਧੁਰੋਂ ਵਾਹਿਗੁਰੂ ਦੀ ਮਰਜ਼ੀ ਹੈ, ਉਸ ਮਾਲਕ ਦੀ ਮਰਜ਼ੀ ਦੇ ਅਨੁਸਾਰ ਗੁਰਿਆਈ ਗੱਦੀ ਪ੍ਰਾਪਤ ਹੁੰਦੀ ਹੈ। ਜੇ ਸਾਡੀ ਮਰਜ਼ੀ ਹੁੰਦੀ ਤੇ ਭਾਵੇਂ ਅਸੀਂ ਆਪਣੇ ਵੱਡੇ ਪੁੱਤਰਾਂ ਨੂੰ ਵੀ ਦੇ ਦਿੰਦੇ ਵੀ ਸਾਡੇ ਪੁੱਤਰ ਹੈ, ਪੁੱਤਰਾਂ ਦਾ ਹੀ ਮੋਹ ਹੁੰਦਾ। ਪਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇਹ ਤਾਂ ਧੁਰੋਂ ਆਈ ਹੈ। ਇਹ ਪੋਤਰੇ ਨੇ ਬ੍ਰਹਮ ਗਿਆਨ ਪ੍ਰਾਪਤ ਕੀਤਾ, ਇਹ ਪੋਤਰੇ ਛੋਟੇ ਨੇ ਕਈ ਯੁੱਗ ਬੰਦਗੀ ਕੀਤੀ ਹੈ, ਕਈ ਯੁੱਗ ਤਪ ਕੀਤਾ, ਫਿਰ ਗੁਰਤਾ ਗੱਦੀ ਪਰਮੇਸ਼ਰ ਵੱਲੋਂ ਮਿਲੀ ਹੈ। ਜੋ ਲਾਇਕ ਸੋਈ ਇਸ ਪਾਵੈ। ਇਸ ਕਰਕੇ ਮਨ ਵਿੱਚ ਗੱਲ ਧਾਰ ਲੈ ਵੀ ਜਿਹੜਾ ਲਾਇਕ ਹੁੰਦਾ ਨਾ ਗੁਰਤਾ ਗੱਦੀ ਦੇ ਯੋਗ ਹੁੰਦਾ ਹੈ, ਗੁਰਤਾ ਗੱਦੀ ਨੂੰ ਉਹੀ ਪਾਉਂਦਾ ਏ। ਨਹਿ ਉਪਾਏ ਤੇ ਕਿਮ ਬਨ ਆਵੈ। ਜੇ ਕੋਈ ਆਖੇ ਵੀ ਮੈਂ ਕੋਈ ਆਪਣਾ ਉਪਾਅ ਕਰ ਲਵਾਂ, ਹੀਲਾ ਉਪਰਾਲਾ ਯਤਨ ਕਰ ਲਾਂ ਤੇ ਤਾਂ ਗੁਰਤਾ ਗੱਦੀ ਮਿਲ ਜਾਂਦੀ। ਛੇਵੇਂ ਪਾਤਸ਼ਾਹ ਕਹਿੰਦੇ ਆਪਣੇ ਹੀਲਿਆਂ ਦੇ ਨਾਲ ਯਤਨਾਂ ਨਾਲ ਨਹੀਂ ਗੁਰਤਾ ਗੱਦੀ ਮਿਲਦੀ। ਸੁਤ ਪੋਤਰੇ ਆਦਿਕ ਪ੍ਰੈ ਜੋਏ। ਜਿੰਨੇ ਵੀ ਕੋਈ ਭਾਵੇਂ ਪੁੱਤਰ ਹੋਵੇ, ਭਾਵੇਂ ਪੋਤਰੇ ਹੋਣ ਜਾਂ ਹੋਰ ਵੀ ਜਿਹੜੇ ਪਿਆਰ ਵਾਲੇ ਹੋਣ ਆਪਣੇ ਸੰਬੰਧੀ ਆਦਿਕ, ਨਹੀਂ ਸਮਰੱਥ ਲੈ ਅਬੇ ਕੋਏ। ਆਪਣੇ ਆਪ ਕੋਈ ਵੀ ਗੁਰਿਆਈ ਲੈਣ ਦੀ ਸਮਰੱਥ ਨਹੀਂ ਹੈ। ਕਿਸੇ ਦੇ ਕੋਲ ਆਪਣੇ ਆਪ ਤਾਕਤ ਨਹੀਂ ਵੀ ਉਹ ਗੁਰੂ ਬਣ ਕੇ ਬੈਠ ਜਾਵੇ ਜਾਂ ਆਪਣੇ ਆਪ ਕੋਈ ਕਿਸੇ ਨੂੰ ਗੁਰੂ ਬਣਾ ਦੇਵੇ। ਪ੍ਰਥਮ ਗੁਰਨ ਕੋ ਚਿਤਵੈ ਨਾਹੀ। ਮਹਾਰਾਜ ਕਹਿੰਦੇ ਹੈ ਮਰਵਾਈ ਤੂੰ ਗੁਰੂ ਨਾਨਕ ਸਾਹਿਬ ਵੱਲ ਨਹੀਂ ਵੇਖਦੀ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਨੇ ਵੇਖੋ ਕੀ ਕਿਰਤ ਕੀਤੀ, ਉਲਟੀ ਗੰਗਾ ਮਹਾਰਾਜ ਨੇ ਵਹਾ ਦਿੱਤੀ। ਸਗਲ ਕੁਟੰਬ ਹੋ ਤੋ ਤਿਨ ਪਾਹੀ। ਉਹਨਾਂ ਦਾ ਸਾਰਾ ਪਰਿਵਾਰ ਹੀ ਕੋਲ ਸੀ। ਉਹਨਾਂ ਦੇ ਦੋ ਪੁੱਤਰ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ, ਫਿਰ ਸਾਰਾ ਪਰਿਵਾਰ ਮਹਾਰਾਜ ਦੀ ਚਰਨ ਸ਼ਰਨ ਹੀ ਰਹਿੰਦਾ ਸੀ ਨਾ। ਉਹ ਕਿਹੜੇ ਕਿਤੇ ਵੱਖਰੇ ਹੋ ਗਏ ਸਨ। ਦੇਖਿਓ ਉਚਿਤ ਦਾਸ ਕੋ ਦਈ। ਪਰ ਨਹੀਂ, ਪਰਮੇਸ਼ਰ ਨੂੰ ਜਿਵੇਂ ਭਾਉਂਦਾ ਸੀ ਉਸ ਤਰ੍ਹਾਂ ਜਾਣ ਕੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਦਾਸ, ਆਪਣੇ ਸੇਵਕ ਲਹਿਣੇ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਗੁਰੂ ਅੰਗਦ ਬਣਾ ਦਿੱਤਾ। ਪ੍ਰੈ ਸੰਬੰਧੀ ਕਿਨਹੁ ਨ ਲਈ। ਜਿਹੜੇ ਪਿਆਰੇ ਸੰਬੰਧੀ ਸਨ, ਰਿਸ਼ਤੇਦਾਰ, ਉਹਨਾਂ ਨੂੰ ਕਿਸੇ ਨੇ ਗੁਰਿਆਈ ਨਹੀਂ ਲਈ। ਗੁਰੂ ਨਾਨਕ ਦੇਵ ਸਾਹਿਬ ਨੇ ਆਪਣੇ ਪਰਿਵਾਰ ਛੱਡ ਕੇ ਸੇਵਕ ਨੂੰ ਹੀ ਦਾਤ ਬਖਸ਼ੀ ਹੈ। ਸੁਨ ਮਰਵਾਹੀ ਰਿਸ ਉਰ ਭਾਰੀ। ਮਹਾਰਾਜ ਤਾਂ ਸਮਝਾ ਰਹੇ ਆ, ਪਰ ਮਾਤਾ ਮਰਵਾਹੀ ਜਿਵੇਂ ਮਾਈਆਂ ਗਰਮ ਹੋਣ ਫਿਰ ਕਰਦੀਆਂ ਨਾ, ਐਵੇਂ ਗੁੱਸੇ ਜਿਹੇ ਦੇ ਵਿੱਚ ਬੁੜ ਜੇ ਕਰਨ ਲੱਗ ਪਏ। ਕਰਹਿ ਵਾਰਤਾ ਟਾਰਨ ਵਾਰੀ। ਕਹਿਣ ਲੱਗੇ ਵੀ ਮੈਂ ਇਹਨਾਂ ਨੂੰ ਕੁਝ ਕਹਿਨੀ ਆ, ਇਹ ਮੇਰੀਆਂ ਗੱਲਾਂ ਜੀਆਂ ਟਾਲੀ ਜਾਂਦੇ ਆ। ਮੈਂ ਕਹਿੰਦੀ ਵੀ ਮੇਰੇ ਪੁੱਤਰ ਨੂੰ ਨਹੀਂ ਕੁਝ ਦਿੱਤਾ, ਤੇ ਗੁਰੂ ਹਰਗੋਬਿੰਦ ਸਾਹਿਬ ਅੱਗੋਂ ਗੱਲਾਂ ਟਾਲ ਕੇ ਤੇ ਹੋਰ ਦੱਸਦੇ ਨੇ ਵੀ ਇਹ ਗੁਰਿਆਈ ਸਾਡੇ ਵੱਸ ਨਹੀਂ ਹੈ। ਇਨ ਕੋ ਤਨ ਤਿਆਗਨ ਕੋ ਸਮੇਂ। ਮਾਤਾ ਗਰਮ ਹੋ ਗਈ, ਕਹਿਣ ਲੱਗੀ ਵੀ ਹੁਣ ਇਹ ਸੁਆਮੀ ਦਾ, ਪਤੀ ਜੀ ਦਾ ਸਰੀਰ ਤਿਆਗਣ ਦਾ ਵੀ ਸਮਾਂ ਨੇੜੇ ਆ ਗਿਆ ਏ। ਪਾਸੇ ਕੌਣ ਮਾਨ ਹੈ ਹਮੇ। ਇਹਨਾਂ ਦੇ ਹੁੰਦਿਆਂ ਦੇ ਅਸੀਂ ਆਪਣਾ ਮਾਨ ਸਤਿਕਾਰ ਨਾਲ ਜਿਉਂਦੇ ਰਹੇ। ਆਪਣੇ ਸੁਆਮੀ ਦੇ, ਪਤੀ ਦੇ ਮਾਣ ਸੀ ਗੁਰੂ ਸਾਹਿਬ ਤੇ। ਹੁਣ ਇਹ ਸੱਚਖੰਡ ਚਲੇ ਜਾਣਗੇ, ਪਿੱਛੋਂ ਸਾਡਾ ਕੀ ਬਣੂਗਾ, ਸਾਨੂੰ ਕੌਣ ਪੁੱਛੂਗਾ। ਪਤ ਪਰ ਹੀ ਹਮਰੋ ਪਰਵਾਸਾ। ਬਸ ਪਤੀ ਦਾ ਹੀ ਤੇ ਸਾਨੂੰ ਭਰੋਸਾ ਸੀ ਨਾ ਵੀ ਇਹਨਾਂ ਦੇ ਅਸੀਂ ਲੜ ਲੱਗੇ ਆ ਤੇ ਇਹਨਾਂ ਸਾਂਭਣਾ ਹੈ ਸਾਨੂੰ। ਇਨ ਤੇ ਪੀ ਅਬ ਭਏ ਨਿਰਾਸਾ। ਮਾਤਾ ਐਵੇਂ ਰੌਲਾ ਜਿਹਾ ਪਾਉਂਦੀ ਹੈ ਵੀ ਪਤੀ ਦਾ ਹੀ ਇੱਕ ਭਰੋਸਾ ਸੀ ਵੀ ਪਤੀ ਹਰਗੋਬਿੰਦ ਸਾਹਿਬ ਇਹਨਾਂ ਦੇ ਮਾਣ ਸੀ, ਹੁਣ ਇਹਨਾਂ ਵੱਲੋਂ ਵੀ ਨਿਰਾਸ਼ਾ ਹੀ ਹੱਥ ਲੱਗੀ ਹੈ। ਪਤ ਕੇ ਜੀਵਤ ਵਿਹਾਰ ਸਿਧ
ਵਧਾਉ। ਹੁਣ ਜੇ ਮੇਰੇ ਨਾਲ ਏਦਾਂ ਹੋਣੀ ਹੈ, ਮੇਰੇ ਪੁੱਤ ਨੂੰ ਮਿਲਣਾ ਕੁਝ ਨਹੀਂ, ਤਾਂ ਮੈਂ ਆਪਣੇ ਪਤੀ ਦੇ ਜਿਉਂਦਿਆਂ ਜਿਉਂਦੇ ਹੀ ਬਾਹਰ ਚਲੇ ਜੂ ਘਰ ਛੱਡ ਕੇ। ਕਹਿ ਅਬ ਵਸਤ ਇਨਹੁ ਤੇ ਪਾਉ। ਜਾਂ ਤਾਂ ਕਹਿੰਦੀ ਵੀ ਮੈਂ ਕੁਝ ਨਾ ਕੁਝ ਪਾਵਾਂਗੀ, ਨਹੀਂ ਤੇ ਘਰ ਬਾਹਰ ਛੱਡ ਜੂ, ਮੈਂ ਨਹੀਂ ਰਹਿੰਦੀ ਹੁਣ ਇੱਥੇ। ਇਵੇਂ ਵਿਚਾਰ ਚਿਤ ਮਹਿ ਉਪਜਾਈ। ਇਸ ਤਰ੍ਹਾਂ ਮਾਤਾ ਗੁੱਸੇ ਜੇ ਦੇ ਨਾਲ ਸੋਚਾਂ ਵਿਚਾਰਾਂ ਕਰਕੇ ਗੁਰ ਨਿਕਟ ਤੇ ਉਠ ਕਰ ਆਈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਨੇੜਿਓਂ ਗੁੱਸੇ ਦੇ ਨਾਲ ਮਾਤਾ ਬੋਲਦੀ ਹੋਈ ਉੱਠ ਕੇ ਆ ਗਈ ਘਰ ਵੱਲ ਨੂੰ। ਨਿਜ ਘਰ ਮਹਿ ਸਭ ਤਿਆਰੀ ਕੀਨ। ਆਉਂਦਿਆਂ ਹੀ ਆਪਣੇ ਘਰ ਦੇ ਵਿੱਚ ਸਾਰੀ ਤਿਆਰੀ ਕਰ ਲਈ, ਜਿੰਨਾ ਵੀ ਸਮਾਨ ਸੀ ਸਾਰਾ ਗਠੜੀਆਂ ਬੰਨ ਲਈਆਂ ਪੰਡਾਂ। ਸੂਰਜ ਮਲ ਬੁਲਾਏ ਟਿਗਲੀਨ। ਤੇ ਸੂਰਜ ਮਲ ਨੂੰ ਵੀ ਆਪਣੇ ਕੋਲ ਸੱਦ ਲਿਆ ਵੀ ਸੂਰਜ ਮਲ ਚੱਲ ਇੱਧਰ, ਆਪਾਂ ਨਹੀਂ ਇੱਥੇ ਰਹਿਣਾ, ਹੁਣ ਸਾਡਾ ਕੀ ਹੈ ਇੱਥੇ, ਸਾਨੂੰ ਕੀ ਮਿਲਣਾ ਹੈ। ਸੁਨੋ ਪੁੱਤਰ ਅਬ ਕਿਆ ਹਮ ਕਾਜੂ। ਕਹਿਣ ਲੱਗੀ ਹੈ ਪੁੱਤਰ ਸੂਰਜ ਮਲ, ਹੁਣ ਸਾਡਾ ਇੱਥੇ ਕੀ ਕੰਮ ਰਹਿ ਗਿਆ ਏ। ਮਹਾਰਾਜ ਸਾਹਿਬ ਸੱਚਖੰਡ ਨੂੰ ਚੱਲੇ ਆ, ਸਾਨੂੰ ਕੁਝ ਦੇ ਹੀ ਨਹੀਂ ਰਹੇ, ਉਤੋਂ ਹੋਰ ਹੀ ਕਹਿੰਦੇ ਆ ਵੀ ਭਾਣਾ ਮੰਨੋ ਪਰਮੇਸ਼ਰ ਦਾ। ਕਰੇ ਨਿਰਾਸ ਗੁਰੂ ਮਹਾਰਾਜੂ। ਸਾਨੂੰ ਤਾਂ ਹੁਣ ਗੁਰੂ ਮਹਾਰਾਜ ਹਰਗੋਬਿੰਦ ਸਾਹਿਬ ਨੇ ਵੀ ਨਿਰਾਸ਼ ਹੀ ਕਰ ਦਿੱਤਾ ਏ। ਮੈਂ ਜੋ ਵੀ ਕਹਿੰਨੀ ਆ ਗੱਲਾਂ ਟਾਲੀ ਜਾਂਦੇ ਹਨ ਅੱਗਿਓਂ। ਇਨ ਕੋ ਤਨ ਜਬ ਲਗ ਥਿਰ ਹੈ। ਜਿੰਨਾ ਚਿਰ ਤਾਂ ਇਹਨਾਂ ਦਾ ਸਰੀਰ ਸੰਸਾਰ ਵਿੱਚ ਹੈ, ਇਹ ਸੱਚਖੰਡ ਨੂੰ ਨਹੀਂ ਜਾਂਦੇ ਛੇਵੇਂ ਪਾਤਸ਼ਾਹ। ਤਬ ਲੋ ਇਹ ਰਹਿਣ ਹਮ ਲਹੇ। ਉਹਨਾਂ ਚਿਰ ਤੀਕਰ ਤੇ ਅਸੀਂ ਇੱਥੇ ਰਹਿ ਸਕਦੇ ਆ, ਇੱਥੇ ਕੀਰਤਪੁਰ ਵਸ ਸਕਦੇ ਆ। ਹੁਨ ਹਰ ਰਾਏ ਮਾਲ ਕੀ ਲੀਨ। ਤੇ ਮਾਂ ਆਪਣੇ ਪੁੱਤਰ ਸੂਰਜਮਲ ਨੂੰ ਕਹਿੰਦੀ ਪਰ ਮਗਰੋਂ ਕੀ ਕਰਾਂਗੇ, ਕਿਉਂਕਿ ਸਾਰੀ ਮਾਲਕੀ ਤਾਂ ਗੁਰਤਾ ਗੱਦੀ ਦੇ ਸਮੇਤ ਸ੍ਰੀ ਹਰਿ ਸਾਹਿਬ ਨੇ ਲੈ ਲਈ ਹੈ। ਕਿਮ ਕੁਛ ਦੇ ਸਰੀਕਾ ਚੀਨ। ਸਾਨੂੰ ਆਪਣੇ ਸ਼ਰੀਕ ਜਾਣ ਕੇ ਸਾਨੂੰ ਕੀ ਦੇਣਗੇ, ਉਹਨਾਂ ਨੇ ਸਾਡੀ ਕੀ ਇਮਦਾਦ ਕਰਨੀ ਹੈ, ਸ਼ਰੀਕ ਹੀ ਸਮਝਣਗੇ ਸਾਡੇ ਤਾਈ। ਬੜੇ ਪੋਤਰ ਕੇ ਪੁਰ ਕਰਤਾਰ। ਮਾਤਾ ਮਰਵਾਹੀ ਸੂਰਜਮਲ ਨੂੰ ਕਹਿੰਦੀ ਹੈ ਵੱਡੇ ਪੁੱਤਰੇ ਨੇ ਕਰਤਾਰਪੁਰ ਮੱਲ ਲਿਆ ਹੈ ਮਹਾਰਾਜ ਤੋਂ ਅੱਡ ਹੋ ਕੇ। ਛਲ ਕਰ ਲੀਨੋ ਸਰਬ ਸੰਭਾਰ। ਉਹਨੇ ਛਲ ਫਰੇਬ ਜਿਹਾ ਕਰਕੇ ਸਾਰਾ ਕੁਝ ਹੀ ਉੱਥੇ ਸੰਭਾਲ ਕੇ ਰੱਖ ਲਿਆ। ਤਹਾਂ ਗ੍ਰੰਥ ਸਾਹਿਬ ਪੀ ਰਾਖਿਓ। ਵੱਡਿਆਂ ਦੀ ਬਖਸ਼ਿਸ਼ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ। ਉਹ ਵੀ ਵੇਖੋ ਵੀ ਧੀਰਮਲ ਨੇ ਕਰਤਾਰਪੁਰ ਹੀ ਰੱਖ ਲਿਆ ਲੁਕਾ ਕੇ। ਨਹੀਂ ਪਿਤਾਮੇ ਕੋ ਟਿਗ ਕਾਖਿਓ। ਤੇ ਆਪਣੇ ਦਾਦੇ ਹਰਗੋਬਿੰਦ ਸਾਹਿਬ ਦੇ ਕੋਲ ਰਹਿਣਾ ਉਹਨੂੰ ਚੰਗਾ ਹੀ ਨਹੀਂ ਲੱਗਾ, ਉਹਨੇ ਇੱਛਾ ਹੀ ਨਹੀਂ ਕੀਤੀ ਆਪਣੇ ਦਾਦੇ ਦੇ ਨਾਲ ਆਉਣ ਦੀ। ਤੁਮ ਨਿਤ ਨਿਕਟ ਰਹੇ ਕਿਆ ਪਾਇਓ। ਪਰ ਮਾਤਾ ਕਹਿੰਦੀ ਵੇਖ ਲੈ ਤੇਰੇ ਤੋਂ ਤੇ ਉਹ ਚੰਗਾ ਨਿਕਲਿਆ ਨਾ, ਧੀਰਮਲ ਅੱਡ ਹੋ ਗਿਆ ਤੇ ਸਾਂਭ ਲਿਆ ਸਾਰਾ ਕੁਝ। ਤੂੰ ਕਹਿਣਾ ਸੀ ਪਿਤਾ ਜੀ ਦੀ ਸੇਵਾ ਕਰਨੀ, ਨੇੜੇ ਰਹਿੰਦਾ ਰਿਹਾ, ਤੈਨੂੰ ਕੀ ਮਿਲਿਆ, ਕੀ ਦਿੱਤਾ ਤੇਰੇ ਬਾਪ ਨੇ। ਜਾਤੇ ਅਬੇ ਰਹਿਣ ਨਹਿ ਪਾਇਓ। ਇਸ ਕਰਕੇ ਮਾਤਾ ਮਰਵਾਹੀ ਕਹਿੰਦੀ ਵੀ ਹੁਣ ਤਾਂ ਮੈਨੂੰ ਇੱਥੇ ਰਹਿਣਾ ਨਹੀਂ ਚੰਗਾ ਲੱਗਦਾ, ਮੈਨੂੰ ਨਹੀਂ ਹੁਣ ਕੀਰਤਪੁਰ ਸਾਹਿਬ ਵਿੱਚ ਵਸਣਾ ਚੰਗਾ ਲੱਗਦਾ। ਚਲੋ ਜੀਵ ਕਾ ਕਿਛ ਕਿਤ ਕਰੀਏ। ਚੱਲ ਪੁੱਤ ਆਪਾਂ ਨਹੀਂ ਰਹਿਣਾ ਇੱਥੇ, ਜਾ ਕੇ ਕੋਈ ਨਾ ਕੋਈ ਕੰਮ ਧੰਦਾ ਕਰਦੇ ਆ ਆਪਣਾ। ਕੋਈ ਹੁਣ ਰੋਟੀ ਤੇ ਖਾਣੀ ਹੋਈ ਨਾ, ਜਿਵੇਂ ਮਾਈਆਂ ਗੱਲਾਂ ਕਰਦੀਆਂ ਹੁੰਦੀਆਂ, ਉਹ ਇਹ ਗੱਲ ਸਮਝਣੀ ਹੋਵੇ ਨਾ, ਵੇਖ ਸਕਦੇ ਆ ਸਭ ਪਰਿਵਾਰਾਂ 'ਚ ਇਦਾਂ ਦੀ ਖੇਡ ਵਰਤਦੀ ਕਈ ਵਾਰ। ਉਹ ਧਿਆਨ 'ਚ ਵੀ ਮਾਤਾ ਮਰਵਾਹੀ ਜੀ ਕਹਿੰਦੇ ਵੀ ਆਪਾਂ ਕੀ ਕਰਨਾ, ਸਾਡਾ ਇੱਥੇ ਕੀ ਹੈ, ਚੱਲ ਜਾ ਕੇ ਹੁਣ ਰੋਟੀ ਟੁੱਕ ਤੇ ਖਾਣਾ ਹੀ ਹੈ ਨਾ, ਕਿਤੇ ਗੁਜ਼ਾਰਾ ਕਰੀਏ ਆਪਾਂ। ਇਨ ਤੇ ਆਸ ਨ ਉਰ ਕਿਛ ਧਰੀਏ। ਇੱਧਰ ਹੁਣ ਗੁਰੂ ਹਰਗੋਬਿੰਦ ਸਾਹਿਬ ਤੇ ਨਾ ਕੋਈ ਆਸ ਰੱਖੀਏ ਵੀ ਇਹ ਸਾਨੂੰ ਕੋਈ ਦੇਣਗੇ, ਸਾਡਾ ਗੁਜ਼ਾਰਾ ਚੱਲੇਗਾ। ਇਤੇ ਆਦਿਕ ਸੁਤ ਕੋ ਸਮਝਾਇਓ। ਇਸ ਤਰ੍ਹਾਂ ਇੱਥੇ ਆਦਿਕ ਮਾਤਾ ਮਰਵਾਹੀ ਨੇ ਆਪਣੇ ਪੁੱਤਰ ਸੂਰਜਮਲ ਤੇ ਦਬਾਅ ਜਿਹਾ ਪਾ ਲਿਆ। ਤੇ ਬਾਬਾ ਸੂਰਜਮਲ ਮਾਤਾ ਪਿਤਾ ਦੀ ਆਗਿਆ 'ਚ ਸੀ, ਜੋ ਮਾਂ ਕਹਿ ਦੇ, ਜੋ ਪਿਤਾ ਜੀ ਕਹਿ ਦੇਣ ਉਹੀ ਮੰਨ ਲੈਂਦੇ ਸਨ। ਉਠ ਚੱਲ ਬੋ ਚਿਤ ਮਹਿ ਤਬ ਭਾਇਓ। ਮਾਤਾ ਦੇ ਹੁਕਮ ਦੇ ਵਿੱਚ ਹੀ ਉਸ ਵੇਲੇ ਨਾਲ ਹੀ ਚੱਲਣਾ ਪਾਇਆ ਵੀ ਜਿਵੇਂ ਮਾਂ ਕਹਿੰਦੀ ਹੈ ਚਲੋ ਮਾਤਾ ਜੀ ਮੈਂ ਤੁਹਾਡੇ ਨਾਲ ਹੀ ਚੱਲਦਾ ਹਾਂ। ਵਸਤ ਸਗਟ ਪਰ ਸਭ ਲਦਵਾਈ। ਸਾਰੀਆਂ ਘਰ ਦੀਆਂ ਵਸਤੂਆਂ ਜੋ ਸੀ ਉਹ ਪੰਨਾ ਬੰਨ ਕੇ ਗੱਡਿਆਂ ਦੇ ਮਾਤਾ ਮਰਵਾਹੀ ਜੀ ਨੇ ਲੱਦ ਲਈਆਂ। ਅਬਨ ਹੈ ਬਸੇ ਸਬਨ ਸੁਣਾਈ। ਜੀ ਸਾਰਿਆਂ ਨੂੰ ਕਹਿੰਦੇ ਅਸੀਂ ਨਹੀਂ ਇੱਥੇ ਰਵਾਂਗੇ। ਕਰਤਾ ਕੀਰਤਪੁਰ ਵਾਸੀਆਂ ਨੂੰ, ਘਰ ਦੇ ਬਾਕੀ ਪਰਿਵਾਰ ਦੇ ਜੀਆਂ ਨੂੰ ਕਹਿੰਦੇ ਅਸੀਂ ਨਹੀਂ ਇੱਥੇ ਵਸਣਾ ਹੋਣਾ। ਨਿਜ ਸਿਅੰਦਨ ਜੁਰਵਾਏ ਮੰਗਾਇਓ। ਆਪਣੇ ਘੋੜੇ ਮੰਗਾ ਕੇ ਸੇਵਾਦਾਰਾਂ ਨੂੰ ਕਹਿ ਕੇ ਰੱਥ ਵੀ ਜੋੜ ਲਿਆ ਸਵਾਰ ਹੋਣ ਦੇ ਲਈ।
ਚਪਲ ਤੁਰੰਗ ਪੁੱਤਰ ਹਿਤ ਆਇਓ। ਅਤੇ ਮਾਤਾ ਜੀ ਦੇ ਹੁਕਮ ਦੇ ਨਾਲ ਦਾਸ ਇੱਕ ਬੜਾ ਚੰਚਲ ਘੋੜਾ ਬਾਬਾ ਸੂਰਜਮਲ ਜੀ ਦੀ ਸਵਾਰੀ ਵਾਸਤੇ ਲੈ ਆਇਆ। ਦਾਸੀ ਬਹਿਲ ਵਿਖੇ ਚੜਵਾਏ। ਜਿਹੜੀਆਂ ਮਾਤਾ ਜੀ ਦੀਆਂ ਨਿੱਜ ਦੀਆਂ ਸੇਵਾਦਾਰਨੀਆਂ ਦਾਸੀਆਂ ਸਨ, ਉਹਨਾਂ ਨੂੰ ਵੀ ਕਹਿੰਦੇ ਵੀ ਤੁਸੀਂ ਵੀ ਇਹ ਬਲਦਾਂ ਵਾਲੇ ਗੱਡੇ ਦੇ ਚੜ ਜਾਵੋ, ਬੈਠ ਜਾਵੋ। ਸਭ ਸਮਾਜ ਨਿਜ ਸੰਗ ਲਵਾਏ। ਇਸ ਤਰ੍ਹਾਂ ਸਾਰਾ ਹੀ ਜੋ ਸਾਜੋ ਸਮਾਨ ਜੋ ਵੀ ਮਾਤਾ ਜੀ ਦੀਆਂ ਵਸਤੂਆਂ ਸਨ ਲੱਦ ਕੇ ਗੱਡਿਆਂ ਤੇ ਤੁਰ ਪਏ। ਨਿਕਸੇ ਕੀਰਤਪੁਰ ਕੋ ਸ਼ੋਰ। ਕੀਰਤਪੁਰ ਸਾਹਿਬ ਨੂੰ ਛੱਡ ਕੇ ਮਾਤਾ ਮਹਾਂਦੇਵੀ ਜੀ ਆਪਣੇ ਪੁੱਤਰ ਸੂਰਜਮਲ ਤੇ ਆਪਣੀਆਂ ਦਾਸੀਆਂ ਨੂੰ ਸੇਵਕਾਂ ਨੂੰ ਨਾਲ ਲੈ ਕੇ ਤੇ ਬਾਹਰ ਆ ਕੇ ਚੱਲ ਪਏ। ਦੋਰੇ ਦਾਸ ਗਏ ਗੁਰ ਔਰ। ਜਿਹੜੇ ਬਾਕੀ ਦਾਸ ਸਨ ਮਾਤਾ ਜੀ ਤੋਂ ਡਰਦਿਆਂ ਨੇ ਤਾਂ ਕੁਝ ਕਿਹਾ ਨਹੀਂ, ਪਰ ਦੌੜ ਕੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਹਰ ਬਿਰਾਜਮਾਨ ਸਨ ਉੱਥੇ ਦੌੜ ਕੇ ਜਾ ਕੇ ਖਬਰ ਦਿੱਤੀ ਏ। ਨਿਕਟ ਹੋਏ ਅਰਦਾਸ ਉਚਾਰੀ। ਹੋ ਕੇ ਸੇਵਕ ਜਾ ਕੇ ਅਰਦਾਸ ਕਰਦੇ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਕਰ ਸਮਾਤ ਸੂਰਜਮਲ ਤਿਆਰੀ। ਆ ਮਾਤਾ ਮਰਵਾਹੀ ਜੀ ਸੂਰਜਮਲ ਤਾਂ ਤਿਆਰ ਹੋ ਗਏ ਨੇ, ਉਹ ਤਾਂ ਸਭ ਕੁਝ ਲੱਦ ਕੇ ਤੁਰ ਪਏ ਨੇ ਮਹਾਰਾਜ ਕੀਰਤਪੁਰੋਂ। ਨਿਕਸ ਗਏ ਪੁਰ ਵਹਿਰ ਨਿਹਾਰੇ। ਅਸੀਂ ਵੇਖਿਆ ਮਗਰ ਜਾ ਕੇ ਵੀ ਕਿਧਰਲੇ ਰਾਹ ਪਏ ਨੇ। ਕੀਰਤਪੁਰ ਤੋਂ ਬਾਹਰ ਮਹਾਰਾਜ ਮਾਤਾ ਜੀ ਚਲੇ ਗਏ ਨੇ ਲੈ ਕੇ ਆਪਣੇ ਪੁੱਤਰ ਦੇ ਸੇਵਕਾਂ ਨੂੰ। ਕੋ ਜਾਣੇ ਕਿਸ ਥਾਨ ਸਿਧਾਰੇ। ਤੇ ਮਹਾਰਾਜ ਪਤਾ ਨਹੀਂ ਹੈ ਵੀ ਕਿਹੜੇ ਪਾਸੇ ਨੂੰ ਚੱਲੇ ਹੈ, ਕੀ ਗੱਲ ਹੋਈ ਹੈ, ਕਿਉਂਕਿ ਸਾਰੀ ਬਾਤ ਤਾਂ ਮਹਾਰਾਜ ਸਾਹਿਬ ਹੀ ਜਾਣਦੇ ਸਨ। ਸੇਵਕ ਕਹਿੰਦੇ ਪਤਾ ਨਹੀਂ ਹੈ, ਮਾਤਾ ਜੀ ਬੜੇ ਗੁੱਸੇ ਵਿੱਚ ਸਨ, ਨਾਲੇ ਕੁਝ ਥੋੜਾ ਥੋੜਾ ਮੂੰਹ 'ਚ ਬੋਲੀ ਜਾਂਦੇ ਸੀ। ਸੂਰਜਮਲ ਨੂੰ ਲੈ ਕੇ ਪਤਾ ਨਹੀਂ ਹੈ ਕਿਧਰ ਨੂੰ ਚਲੇ ਗਏ ਨੇ। ਸੁਣ ਗੁਰ ਹਰਗੋਬਿੰਦ ਤਬ ਕਹਿਓ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣ ਕੇ ਉਸ ਵੇਲੇ ਨੇੜੇ ਬੈਠੇ ਹੋਏ ਬਾਬਾ ਭਾਨਾ ਜੀ ਨੂੰ ਕਿਹਾ। ਭਾਨੇ ਸਾਹਿਬ ਕੋ ਟਿਕ ਲਹਿਓ। ਬਾਬਾ ਬੁੱਢਾ ਸਾਹਿਬ ਦੇ ਪੁੱਤਰ ਸਿਆਣੇ ਭਾਈ ਭਾਨਾ ਜੀ ਨੇੜੇ ਬੈਠੇ ਜਾਣੇ ਸਤਿਗੁਰਾਂ ਨੇ। ਗਮਨ ਹੋ ਤੂਰਨ ਕਰੋ ਬਹੋਰਨ। ਮਹਾਰਾਜ ਕਹਿੰਦੇ ਜਾ ਭਾਈ ਭਾਨਿਆ, ਤੇਰੀ ਮਾਤਾ ਨਾਰਾਜ਼ ਹੋ ਕੇ ਚਲੇ ਗਈ ਹੈ, ਛੇਤੀ ਉਹਨਾਂ ਨੂੰ ਮੋੜ ਕੇ ਲੈ ਆ। ਸਮਝਾਵੋ ਆਨੋ ਕਰ ਮੋਰਨ। ਉਹਨਾਂ ਨੂੰ ਸਮਝਾ ਕੇ ਜੋ ਵੀ ਉਹਨਾਂ ਦੀ ਇੱਛਾ ਜੀ ਹੈ ਜਾਣ ਕੇ ਤੇ ਮੋੜ ਕੇ ਵਾਪਸ ਲੈ ਆ। ਸੁਣ ਤ ਗਇਓ ਤਤ ਸਿਨਦੈ ਭਾਨਾ। ਮਹਾਰਾਜ ਦੀ ਆਗਿਆ ਸੁਣ ਕੇ ਭਾਈ ਭਾਨਾ ਜੀ ਤੁਰੰਤ ਹੀ ਉਧਰ ਨੂੰ ਗਏ ਨੇ ਜਿਸ ਪਾਸੇ ਮਾਤਾ ਸੂਰਜਮਲ ਨੂੰ ਨਾਲ ਲੈ ਕੇ ਚਲੇ ਗਏ ਹਨ। ਰੋਕ ਅਗਾਰੀ ਬਾਕ ਬਖਾਨਾ। ਘੋੜੇ ਦੇ ਗਏ ਅੱਗੋਂ ਜਾ ਕੇ ਮਾਤਾ ਜੀ ਨੂੰ ਰੋਕਿਆ, ਰਥ ਰੁਕਾ ਕੇ ਦੋਵੇਂ ਹੱਥ ਜੋੜ ਕੇ ਭਾਈ ਭਾਨਾ ਜੀ ਕਹਿਣ ਲੱਗੇ। ਸੁਣੋ ਮਾਤ ਜਬ ਲਗ ਗੁਰ ਤਨ ਹੈ। ਹੱਥ ਜੋੜ ਕੇ ਕਹਿੰਦੇ ਮਾਤਾ ਜੀ ਜਿੰਨਾ ਚਿਰ ਗੁਰੂ ਹਰਗੋਬਿੰਦ ਸਾਹਿਬ ਸਰੀਰ ਦੇ ਵਿੱਚ ਹਨ, ਤੁਮਰੋ ਗਮਨ ਕਹੂੰ ਨਹਿ ਬਨ ਹੈ। ਤੁਹਾਡਾ ਆਪਣੇ ਪਤੀ ਸੁਆਮੀ ਨੂੰ ਛੱਡ ਕੇ ਜਾਣਾ ਕਿਤੇ ਵੀ ਬਣਦਾ ਨਹੀਂ, ਫੱਬਦਾ ਨਹੀਂ ਹੈ। ਇਹ ਇਦਾਂ ਗੱਲ ਜੀ ਚਲਾ ਕੇ ਜੁਗਤੀ ਜੀ ਦੇ ਨਾਲ ਭਾਈ ਭਾਨਾ ਜੀ ਕਹਿੰਦੇ ਮਾਤਾ ਜੀ ਜਿੰਨਾ ਚਿਰ ਮਹਾਰਾਜ ਸਰੀਰ ਵਿੱਚ ਹਾਜ਼ਰ ਨਾਜ਼ਰ ਨੇ, ਆ ਤੁਸੀਂ ਇਦਾਂ ਜਾ ਰਹੇ ਹੋ, ਇਹ ਚੰਗਾ ਨਹੀਂ ਲੱਗਦਾ, ਫੱਬਦਾ ਨਹੀਂ ਹੈ। ਇੱਕ ਬਾਕ ਤੇ ਸਭ ਕੁਛ ਹੋਏ। ਇੱਕ ਵਾਕ ਨਹੀਂ ਸਭ ਕੁਝ ਹੁੰਦਾ ਹੈ ਨਾ। ਇੱਕ ਜਿਹੜਾ ਬਚਨ ਕਰ ਦਿੰਦੇ ਗੁਰੂ ਹਰਗੋਬਿੰਦ ਸਾਹਿਬ, ਕਾਹਤੋਂ ਤੁਸੀਂ ਉਹਨਾਂ ਨਾਲ ਨਾਰਾਜ਼ ਹੁੰਦੇ ਹੋ? ਜਿਸ ਪਾਤਸ਼ਾਹ ਦੇ ਇੱਕ ਬਚਨ ਨਾਲ ਹੀ ਸਭ ਕੁਝ ਹੋ ਜਾਵੇ। ਅਸਪਤ ਕੇ ਸੇਵਨ ਸੁਭ ਜੋਏ। ਐਸੇ ਪਤੀ ਨੂੰ ਵੇਖ ਕੇ ਗੁਰੂ ਸਾਹਿਬ ਦੀ ਤਾਂ ਸੇਵਾ ਕਰੋ, ਉਹਨਾਂ ਦੇ ਦਰਸ਼ਨ ਕਰੋ ਜਿਨ੍ਹਾਂ ਦੇ ਇੱਕੇ ਬਚਨ ਨਾਲ ਹੀ ਸਭ ਬਖਸ਼ਾਂ ਹੋ ਜਾਣੀਆਂ ਨੇ। ਸੂਰਜਮਲ ਵੀ ਤਿੰਨ ਸੁਤ ਪਿਆਰੇ। ਨਾਲੇ ਸੂਰਜਮਲ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਬੜੇ ਪਿਆਰੇ ਪੁੱਤਰ ਨੇ। ਮਹਾਰਾਜ ਸਾਰੀ ਜ਼ਿੰਮੇਵਾਰੀ ਇਹਨਾਂ ਨੂੰ ਤਾਈਓ ਤਾਂ ਦੇ ਕੇ ਰੱਖਦੇ ਸਨ। ਸਭ ਕਿਸ ਦੇ ਹੈ ਰਖੇ ਸੁਖਾਰੇ। ਇਸ ਕਰਕੇ ਤੁਸੀਂ ਵਾਪਸ ਚੱਲੋ। ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪੁੱਤਰ ਸੂਰਜਮਲ ਨਾਲ ਵੀ ਪ੍ਰੇਮ ਕਰਦੇ, ਸਭ ਕੁਝ ਦੇਣਗੇ ਮਹਾਰਾਜ, ਸੌਖਿਆਂ ਰੱਖਣਗੇ, ਕੋਈ ਤੰਗੀ ਨਹੀਂ ਆਵੇਗੀ ਤੁਹਾਨੂੰ। ਪ੍ਰੈ ਬਾਕਨ ਕੋ ਕਹਿਤ ਹਮੇਸ਼। ਭਾਈ ਭਾਨਾ ਜੀ ਮਾਤਾ ਜੀ ਨੂੰ ਸਮਝਾਉਂਦੇ ਨੇ ਮੋੜਨ ਦੇ ਲਈ। ਵੇਖੋ ਗੁਰੂ ਹਰਗੋਬਿੰਦ ਸਾਹਿਬ ਨੇ ਕਦੀ ਦਬਕਾ ਮਾਰਿਆ ਸੂਰਜਮਲ ਨੂੰ?
ਬੜੇ ਪਿਆਰ ਦੇ ਬਚਨ ਕਰਦੇ ਆ, ਜਦੋਂ ਵੀ ਬੋਲਦੇ ਪ੍ਰੇਮ ਨਾਲ ਬੋਲਦੇ ਰਹੇ ਹਨ। ਸਤਿਗੁਰ ਕਰਨਾ ਕਰਤਵ ਵਿਸ਼ੇਸ਼, ਮਹਾਰਾਜ ਤਾਂ ਵਿਸ਼ੇਸ਼ ਕਰਕੇ ਹਮੇਸ਼ਾ ਹੀ ਕਰਨਾ ਮਿਹਰ ਦੀ ਨਿਗਾਹੀ ਕਰਦੇ ਹਨ ਆਪਣੇ ਪੁੱਤਰ ਸੂਰਜਮਲ ਉੱਪਰ। ਤਿਨ ਸੋ ਰੂਠਨ ਨਹਿ ਬਨ ਆਵੇ, ਐਸੇ ਸਤਿਗੁਰਾਂ ਦੇ ਨਾਲ ਮਾਤਾ ਜੀ ਰੁੱਸਣਾ ਨਾਰਾਜ਼ ਹੋਣਾ ਬਣਦਾ ਨਹੀਂ ਹੈ, ਫੱਬਦਾ ਨਹੀਂ ਹੈ। ਭੂਤ ਭਵਿਖ ਜੋ ਸਭ ਲਖ ਪਾਵੇ, ਜਿਹੜੇ ਮਹਾਰਾਜ ਭੂਤ ਭਵਿੱਖ ਵਰਤਮਾਨ ਸਾਰੀਆਂ ਹੀ ਜੋ ਕੁਝ ਖੇਡਾਂ ਵਰਤਦੀਆਂ, ਪਿੱਛੇ ਕੀ ਵਰਤ ਚੁੱਕਾ, ਹੁਣ ਕੀ ਵਰਤਣਾ ਹੈ, ਅੱਗੇ ਨੂੰ ਕੀ ਵਰਤੇਗਾ, ਜਿਹੜੇ ਤਿੰਨਾਂ ਕਾਲਾਂ ਦੇ ਗਿਆਤਾ ਸਤਿਗੁਰੂ ਸਾਹਿਬ ਜੀ ਹਨ। ਅਬਹਿ ਵਸਹੁ ਪਰਵਾਰ ਕੇ ਬੀਚ, ਉਹਨਾਂ ਤੋਂ ਦੂਰ ਜਾਣਾ ਨਹੀਂ ਚੰਗਾ ਲੱਗਦਾ। ਹਾਲਾ ਮਹਾਰਾਜ ਸੱਚਖੰਡ ਨਹੀਂ ਗਏ, ਤੁਸੀਂ ਮੁੜੋ ਹੁਣ ਤੇ ਆਪਣੇ ਬਾਕੀ ਪਰਿਵਾਰ ਦੇ ਵਿੱਚ ਠਹਿਰੋ ਵਸੋ। ਕਿਉ ਮਾਨਤ ਹੋ ਰਿਸ ਮਨ ਬੀਚ, ਆਪਣੇ ਮਨ ਵਿੱਚ ਮਾਤਾ ਜੀ ਕਾਹਦੇ ਲਈ ਇੰਨਾ ਗੁੱਸਾ ਕਰ ਲਿਆ, ਨਾਰਾਜ਼ਗੀ ਕਰ ਲਈ ਵੀ ਸਮਾਨ ਹੀ ਲੱਦ ਕੇ ਤੁਸੀਂ ਤੁਰ ਪਏ। ਸੁਤ ਕੀ ਕੁਸਲ ਬੰਸ ਬਿਰਤਾਵਨ, ਬਾਬਾ ਭਾਨਾ ਜੀ ਕਹਿਣ ਲੱਗੇ ਮਾਤਾ ਜੀ ਆਪਣੇ ਪੁੱਤਰ ਦੀ ਕੁਸ਼ਲ ਕਰਨ ਦੇ ਲਈ, ਆਪਣੀ ਬੰਸ ਆਪਣੇ ਪਰਿਵਾਰ ਨੂੰ ਹੋਰ ਵਧਾਉਣ ਵਾਸਤੇ, ਸੰਸਾਰ ਵਿੱਚ ਆਪਣੀ ਕੁਲ ਦੀਆਂ ਜੜ੍ਹਾਂ ਪੱਕੀਆਂ ਕਰਨ ਦੇ ਲਈ, ਇਹ ਚਿਤ ਚਾਹੋ ਪਤ ਕੇ ਕਰ ਪਾਵਨ। ਇਹ ਸਾਰਾ ਕੁਝ ਜੇ ਤੁਸੀਂ ਚਾਹੁੰਦੇ ਹੋ ਨਾ ਵੀ ਸੂਰਜਮਲ ਦੀ ਬੰਸ ਵਧੇ, ਅੱਗੇ ਤੁਹਾਡਾ ਪਰਿਵਾਰ ਵੱਡਾ ਹੋਵੇ, ਤਾਂ ਇਹ ਸਾਰਾ ਕੁਝ ਗੁਰੂ ਹਰਗੋਬਿੰਦ ਸਾਹਿਬ ਕੋਲੋਂ ਹੀ ਮਿਲਣਾ ਹੈ ਨਾ। ਆਪਣੇ ਪਤੀ ਸੁਆਮੀ ਦੀ ਸੇਵਾ ਕਰਕੇ ਉਹਨਾਂ ਕੋਲ ਬਖਸ਼ਿਸ਼ਾਂ ਲਵੋ। ਸਭ ਕੇ ਮਨ ਕੀ ਜਾਣੇ ਸੁਆਮੀ, ਕਿਉਂਕਿ ਜਗਤ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸਭ ਦੇ ਮਨ ਦੀਆਂ ਗੱਲਾਂ ਜਾਣਦੇ, ਹਰ ਇੱਕ ਦਾ ਦੁੱਖ ਦਰਦ ਸਮਝਦੇ ਹਨ। ਛਪੇ ਨਹੀਂ ਕੁਛ ਅੰਤਰ ਜਾਮੀ, ਅੰਤਰਜਾਮੀ ਨੇ ਮਹਾਰਾਜ ਕੋਲੋਂ ਕੁਝ ਛੁਪਾਇਆ ਵੀ ਛਿਪਦਾ ਨਹੀਂ ਹੈ। ਜੋ ਅੰਦਰ ਦੀ ਭਾਵਨਾ ਹੋਵੇ ਉਹ ਪ੍ਰਗਟ ਹੋ ਜਾਂਦੀ ਸਤਿਗੁਰਾਂ ਕੋਲ। ਸੁਨ ਮਰਵਾਹੀ ਬਾਕ ਬਖਾਨਾ, ਸੁਣ ਕਰਕੇ ਮਰਵਾਹੀ ਜੀ ਨੇ ਭਾਈ ਭਾਨਾ ਜੀ ਨੂੰ ਅੱਗੋਂ ਜਵਾਬ ਦਿੱਤਾ। ਅਬ ਸੂਰਜ ਮਲ ਬੈ ਸਮਹਾਨਾ, ਕਹਿਣ ਲੱਗੀ ਵੀ ਭਾਈ ਭਾਨਾ ਜੀ ਵੇਖ ਹੁਣ ਜਿਹੜਾ ਸੂਰਜਮਲ ਹੈ ਕੋਈ ਨਿਆਣਾ ਥੋੜਾ, ਹੁਣ ਇਹਦੀ ਉਮਰ ਵੇਖ ਕਿੱਡੀ ਹੋ ਗਈ ਹੈ, ਸਿਆਣਾ ਹੋ ਗਿਆ ਉਮਰ ਕਰਕੇ। ਚਾਹੀਅਤ ਗੁਰਤਾ ਇਸ ਕੋ ਲਈ, ਚਾਹੀਦਾ ਤੇ ਇਹ ਸੀ ਨਾ ਵੀ ਵੱਡਾ ਸੂਰਜਮਲ ਸੀ, ਵੀ ਗੁਰਤਾ ਗੱਦੀ ਦਾ ਮਹਾਰਾਜ ਮੇਰੇ ਪੁੱਤਰ ਸੂਰਜਮਲ ਨੂੰ ਦਿੰਦੇ। ਹੋਇਆ ਬਗੁਨ ਪਿਖ ਨਾਹਨ ਦਈ, ਪਰ ਪਤਾ ਨਹੀਂ ਹੈ ਕਿਹੜਾ ਗੁਨਾਹ ਕਿਹੜੀ ਕਮੀ ਜਾਣੀ ਮੇਰੇ ਪੁੱਤਰ ਦੇ ਵਿੱਚ ਵੀ ਇਹਨੂੰ ਗੁਰਤਾ ਗੱਦੀ ਨਹੀਂ ਮਹਾਰਾਜ ਸਾਹਿਬ ਨੇ ਦਿੱਤੀ। ਲਿਓ ਭਰਾਤ ਵੱਡ ਕੋ ਸੁਤ ਟੀਕਾ, ਲਿਓ ਭਰਾਤ ਵੱਡ ਕੇ ਸੁਤ ਟੀਕਾ, ਵੱਡੇ ਭਰਾ ਦੇ ਛੋਟੇ ਪੁੱਤਰ ਨੇ ਗੁਰਤਾ ਗੱਦੀ ਦਾ ਤਿਲਕ ਲੈ ਲਿਆ ਮਹਾਰਾਜ ਜੀ ਦੇ ਕੋਲ। ਪਤ ਪੀਸੇ ਵੱਧ ਜਾਹੇ ਸਰੀਕਾ, ਅਸੀਂ ਤਾਂ ਤੁਰ ਪਏ ਐ ਵੀ ਪਤੀ ਜਦੋਂ ਇੱਥੋਂ ਸੁਆਮੀ ਗੁਰੂ ਹਰਗੋਬਿੰਦ ਸਾਹਿਬ ਚੱਲ ਗਏ, ਉਹਨਾਂ ਤੋਂ ਮਗਰੋਂ ਸਰੀਕਾ ਵਾਜੂਗਾ, ਐਵੇਂ ਕਲੇ ਕਲੇਸ਼ ਜੀ ਪਿਆ ਕਰੂਗੀ ਇੱਥੇ। ਕਿਮ ਇਹ ਬਸਨ ਦੇਹ ਨਿਜ ਨੇਰੇ, ਇਸ ਤਰ੍ਹਾਂ ਮੈਨੂੰ ਲੱਗਦਾ ਵੀ ਇਹਨਾਂ ਨੇੜੇ ਲੱਗਣ ਦੇਣਾ, ਵਸਣ ਦੇਣਾ। ਉਹ ਕਹਿਣਗੇ ਵੀ ਅਸੀਂ ਜ਼ਿੰਮੇਵਾਰ ਹਾਂ ਸਾਰੇ ਹੀ। ਅਬਹਿ ਨ ਪ੍ਰਾਪਤ ਜੇ ਸੁਤ ਮੇਰੇ, ਮਾਤਾ ਕਹਿੰਦੀ ਮੈਂ ਤਾਂ ਚੱਲੀ ਐ ਭਾਈ ਭਾਨਾ ਜੀ, ਜੇ ਮਹਾਰਾਜ ਦੇ ਹੁੰਦੇ ਮੇਰੇ ਪੁੱਤ ਨੂੰ ਕੁਝ ਪ੍ਰਾਪਤ ਨਹੀਂ ਹੋਇਆ, ਉਹਨਾਂ ਦੇ ਹੁੰਦੇ ਕੋਈ ਵਸਤੂ ਨਹੀਂ ਮਿਲੀ। ਸੁਨ ਭਾਨੇ ਸੁਭ ਬੈਨ ਬਖਾਨੇ, ਤੇ ਮਗਰੋਂ ਕੀ ਮਿਲੂਗਾ, ਮਹਾਰਾਜ ਦੇ ਹੁੰਦੇ ਹੀ ਸਾਡੇ ਹੱਥ ਕੁਝ ਨਹੀਂ ਆਇਆ। ਤਾਂ ਭਾਈ ਭਾਨਾ ਜੀ ਸੁਣ ਕੇ ਬੜੇ ਸੋਹਣੇ ਬਚਨ ਕੀਤੇ ਅੱਗੋਂ ਮਾਤਾ ਜੀ ਦੇ ਤਾਈਂ। ਪਾਵੋ ਨਿਕਟ ਕੇ ਦੂਰ ਪਿਆਨੇ, ਕਹਿਣ ਲੱਗੇ ਮਾਤਾ ਜੀ ਮੈਂ ਤਾਂ ਤੁਹਾਡਾ ਬੱਚਾ ਹੈ, ਤੁਸੀਂ ਸਿਆਣੇ ਹੋ, ਪਰ ਇਹ ਦੱਸੋ ਵੀ ਜੇ ਕੁਝ ਪਾਉਣਾ ਹੈ ਮਹਾਰਾਜ ਦੇ ਨੇੜੇ ਰਹਿ ਕੇ ਪਾਓਗੇ ਤੇ ਦੂਰ ਜਾ ਕੇ ਪਾਓਗੇ, ਵੀ ਜੇ ਕੁਝ ਮਿਲਣਾ ਵੀ ਹੈ ਭਾਵੇਂ ਆ ਵੀ ਗੁਰਾਂ ਦੇ ਚਰਨਾਂ ਦੇ ਕੋਲ ਰਹੇ ਮਿਲੂਗਾ ਨਾ। ਜੇ ਇੱਦਾਂ ਰੁੱਸ ਕੇ ਦੇ ਮਹਾਰਾਜ ਨਾਲੋਂ ਦੂਰ ਚਲੇ ਗਏ ਫਿਰ ਤਾਂ ਖਾਲੀ ਰਹਿ ਜਾਓਗੇ। ਰਹੋ ਸਮੀਪ ਕਰੋ ਨਿਜ ਬਿਨੈ, ਮਹਾਰਾਜ ਦੇ ਕੋਲ ਰਹੋ, ਜੋ ਵੀ ਤੁਹਾਡੀ ਭਾਵਨਾ ਹੈ। ਭਾਈ ਭਾਨਾ ਜੀ ਕਹਿੰਦੇ ਬੇਨਤੀਆਂ ਕਰੀ ਜਾਓ ਗੁਰੂ ਹਰਗੋਬਿੰਦ ਸਾਹਿਬ, ਜਿੰਨੀ ਵਾਰਾਂ ਵੀ ਕੋਈ ਮਿਲੋ, ਜਿੱਥੇ ਵੀ ਮਹਾਰਾਜ ਦੀ ਸੰਗਤ ਹੋਵੇ, ਜਿੱਥੇ ਵੀ ਮੌਕਾ ਮਿਲੇ ਬਸ ਹੱਥ ਜੋੜ ਕੇ ਅਰਦਾਸਾਂ ਕਰੀ ਜਾਵੋ। ਚਿਤ ਬਾਸਤ ਸਭ ਹੀ ਤਬ ਬਨੇ, ਜਦੋਂ ਅਰਦਾਸਾਂ ਕਰੋਗੇ ਫਿਰ ਚਿੱਤ ਦੀ ਸਾਰੀ ਭਾਵਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲੋਂ ਪੂਰੀ ਹੋ ਜਾਵੇਗੀ। ਇਤਿਆਦਕ ਕਹਿ ਬਹੁ ਸਮਝਾਈ, ਇਤਿਆਦਕ ਕਹਿ ਕੇ ਭਾਈ ਭਾਨਾ ਜੀ ਬੜੇ ਸਿਆਣੇ ਸਨ। ਮਾਤਾ ਮਰਵਾਹੀ ਜੀ ਨੂੰ ਸਮਝਾ ਲਿਆ ਕਿ ਮਾਤਾ ਜੀ ਵਾਪਸ ਚੱਲੋ,
ਜੇ ਕੁਝ ਲੈਣਾ ਹੈ ਤਾਂ ਮਹਾਰਾਜ ਦੇ ਨੇੜੇ ਰਹਿ ਕੇ ਮਿਲਣਾ ਹੈ, ਏਦਾਂ ਦੂਰ ਗਿਆ ਕੁਝ ਨਹੀਂ ਜੇ ਪੱਲੇ ਪੈਣਾ। ਲਿਆਏ ਬਹੋਰ ਬਿਨ ਬਹੁ ਤਾਂ ਗਾਈ, ਬੜੀਆਂ ਬੇਨਤੀਆਂ ਕਰ ਕਰਕੇ ਮਾਤਾ ਜੀ ਨੂੰ ਤੇ ਵਾਪਸ ਲੈ ਆਏ ਘਰ ਦੇ ਵਿੱਚ। ਮਰਵਾਹੀ ਨਿਜ ਸਦਨ ਸਿਧਾਰੀ, ਮਾਤਾ ਮਰਵਾਹੀ ਜੀ ਬਾਬੇ ਭਾਨੇ ਦੀਆਂ ਬੇਨਤੀਆਂ ਸੁਣ ਕੇ ਵਾਪਸ ਆਪਣੇ ਘਰ ਨੂੰ ਚਲੇ ਗਏ। ਭਰੀ ਵਸਤ ਲੈ ਲੈ ਪੁਨ ਸਾਰੀ, ਫਿਰ ਉਸੇ ਤਰ੍ਹਾਂ ਹੀ ਜਿਵੇਂ ਜਿਵੇਂ ਸਮਾਨ ਇਕੱਠਾ ਜਿਹਾ ਕਰਕੇ ਗਠੜੀਆਂ ਪੰਡਾਂ ਦੀਆਂ ਬੰਨੀਆਂ ਸੀ, ਖੋਲ ਖੋਲ ਕੇ ਵਾਪਸ ਉੱਥੇ ਰੱਖ ਲਿਆ ਸਮਾਨ। ਸੂਰਜ ਮਲ ਕੋ ਲੈ ਸੰਗ ਭਾਨਾ, ਤੇ ਇਧਰ ਮਹਾਰਾਜ ਦੇ ਪੁੱਤਰ ਬਾਬਾ ਸੂਰਜਮਲ ਨੂੰ ਨਾਲ ਲੈ ਕੇ ਸ੍ਰੀ ਭਾਨਾ ਜੀ ਨੇ ਸ੍ਰੀ ਹਰਿ ਗੋਬਿੰਦ ਨਿਕਟ ਪਿਆਨਾ, ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੁਭਾਏ ਮਾਨ ਸਨ, ਸਤਿਗੁਰਾਂ ਦੇ ਨੇੜੇ ਪਿਆਨਾ ਕੀਤਾ। ਸੂਰਜਮਲ ਨੂੰ ਬਾਹੋਂ ਫੜ ਲਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਲੈ ਗਏ ਭਾਈ ਭਾਨਾ ਜੀ। ਪਹੁੰਚ ਬੰਦਨਾ ਕੀਨ ਅਗਾਰੀ, ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਜਾ ਕੇ ਭਾਈ ਭਾਨੇ ਨੇ ਮੱਥਾ ਟੇਕਿਆ, ਨਮਸਕਾਰ ਕੀਤੀ। ਭਾਨੇ ਸਗਰੀ ਬਾਤ ਉਚਾਰੀ, ਤੇ ਭਾਈ ਭਾਨਾ ਜੀ ਨੇ ਸਾਰੀ ਗੱਲ ਦੱਸੀ ਵੀ ਕਾਹਦੇ ਲਈ ਮਾਤਾ ਜੀ ਸਮਾਨ ਜਿਹਾ ਲੱਦ ਕੇ ਨਾਰਾਜ਼ ਜਿਹਾ ਹੋ ਕੇ ਚੱਲੇ। ਉਹ ਸਾਰੀ ਗੱਲ ਸਤਿਗੁਰਾਂ ਕੋ ਖੋਲ ਕੇ ਦੱਸ ਦਿੱਤੀ। ਮਹਾਰਾਜ ਰਾਵਰ ਕੇ ਪਾਛੇ, ਭਾਈ ਭਾਨਾ ਜੀ ਕਹਿੰਦੇ ਮਹਾਰਾਜ ਗੱਲ ਬਸ ਇੰਨੀ ਹੈ ਵੀ ਜਦੋਂ ਤੁਸੀਂ ਸੱਚਖੰਡ ਚਲੇ ਜਾਓਗੇ, ਪ੍ਰਥਮ ਜੀਵਕਾ ਇਹ ਸਭ ਬਾਸੇ, ਤੁਹਾਡੇ ਤੋਂ ਮਗਰੋਂ ਇਹ ਮਾਤਾ ਮਰਵਾਹੀ ਜੀ ਵੱਖਰੀ ਜੀਵਕਾ ਮੰਗਦੇ ਆ ਵੀ ਸਾਨੂੰ ਵੱਖਰਾ ਸਾਡਾ ਗੁਜ਼ਾਰੇ ਦਾ ਪ੍ਰਬੰਧ ਕਰੋ। ਵੀ ਉਹਨਾਂ ਦਾ ਰੋਸ ਇਹੀ ਹੈ ਵੀ ਹੁਣ ਤਾਂ ਤੁਹਾਡੇ ਹੁੰਦਿਆਂ ਨਹੀਂ ਕੁਝ ਮਿਲਿਆ, ਮਗਰੋਂ ਕੀ ਮਿਲੇਗਾ। ਇਸ ਕਰਕੇ ਮਰਵਾਹੀ ਜੀ ਇਹੀ ਚਾਹੁੰਦੇ ਆ ਵੀ ਜਦੋਂ ਤੁਸੀਂ ਸੱਚਖੰਡ ਜਾਓ, ਤੁਹਾਡੇ ਤੋਂ ਮਗਰੋਂ ਉਹਦੇ ਪੁੱਤਰ ਸੂਰਜਮਲ ਵਾਸਤੇ ਜਿਹੜੀ ਉਪਜੀਵਕਾ ਹੈ, ਘਰ ਦਾ ਗੁਜ਼ਾਰਾ ਵੱਖਰਾ ਜਿਹਾ ਚੱਲਣ ਦਾ ਕੰਮ ਹੋਵੇ। ਨਿਕਟ ਖਰੇ ਸੁਤ ਔਰ ਨਿਹਾਰਾ, ਜਦੋਂ ਭਾਈ ਭਾਨਾ ਜੀ ਨੇ ਮਹਾਰਾਜ ਨੂੰ ਦੱਸਿਆ ਤੇ ਨੇੜੇ ਹੀ ਸੂਰਜਮਲ ਖਲੋਤਾ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪੁੱਤਰ ਵੱਲ ਵੇਖ ਕਰਕੇ ਕਹਿਣ ਲੱਗੇ, ਸ੍ਰੀ ਹਰਿ ਗੋਬਿੰਦ ਬਾਕ ਉਚਾਰਾ, ਸੂਰਜਮਲ ਨੂੰ ਵੇਖ ਕੇ ਸੰਬੋਧਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਖ ਚੋਂ ਬਚਨ ਕੀਤਾ। ਕਹੋ ਸੂਰਜਮਲ ਕਿਆ ਚਿਤ ਹੈ, ਮਹਾਰਾਜ ਕਹਿੰਦੇ ਪੁੱਤਰ ਸੂਰਜਮਲ ਤੂੰ ਵੀ ਦੱਸ ਦੇ ਤੇਰੇ ਚਿੱਤ ਦੀ ਕੀ ਗੱਲ ਹੈ। ਤੇਰੀ ਮਾਈ ਸਭ ਕੁਝ ਕਹੀ ਜਾਂਦੀ ਹੈ, ਤੂੰ ਚਿੱਤ ਵਿੱਚ ਕੀ ਚਾਹੁੰਦਾ ਹੈ, ਤੇਰੀ ਕੀ ਮੰਗ ਹੈ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਪੁੱਤਰ ਤੂੰ ਵੀ ਦੱਸ। ਗੁਰੂ ਬਣਨ ਕੋ ਮਨ ਮੈਂ ਚਾਹੇ, ਕੀ ਸੂਰਜਮਲ ਗੁਰੂ ਬਣਨ ਦੀ ਤੇਰੇ ਮਨ ਦੀ ਚਾਹਨਾ ਹੈਗੀ ਹੈ ਕੋਈ। ਗੁਰੂ ਹਰਗੋਬਿੰਦ ਸਾਹਿਬ ਸੂਰਜਮਲ ਨੂੰ ਕਹਿੰਦੇ ਪੁੱਤ ਤੂੰ ਗੁਰੂ ਬਣਨਾ ਚਾਹੁੰਦਾ ਹੈ, ਤੇਰੀ ਇੱਛਾ ਵੀ ਤੈਨੂੰ ਗੁਰਤਾ ਗੱਦੀ ਦਈਏ। ਹਾਥ ਜੋਰ ਥਿਰ ਸਮੁਖ ਬਖਾਨਾ, ਮਹਾਰਾਜ ਸਾਹਿਬ ਨੇ ਪੁੱਛਿਆ ਪੁੱਤ ਗੱਦੀ ਚਾਹੁੰਦਾ, ਤੇ ਦੋਵੇਂ ਹੱਥ ਜੋੜ ਕੇ ਬਾਬਾ ਸੂਰਜਮਲ ਜੀ ਨੇ ਅੱਗੋਂ ਮਹਾਰਾਜ ਦੇ ਸਾਹਮਣੇ ਏਦਾਂ ਕਿਹਾ, ਮੈਂ ਨਾ ਮਨੋਰਥ ਮਨ ਇਮਠਾਨਾ। ਹੱਥ ਜੋੜ ਕੇ ਸੂਰਜਮਲ ਜੀ ਕਹਿੰਦੇ ਨਾ ਮਹਾਰਾਜ ਮੈਂ ਤਾਂ ਗੁਰਿਆਈ ਗੱਦੀ ਤੇ ਬੈਠਣ ਦਾ ਕੋਈ ਫੁਰਨਾ ਹੀ ਨਹੀਂ ਕੀਤਾ। ਮੇਰੇ ਮਨ ਵਿੱਚ ਤਾਂ ਕਦੀ ਇਹ ਖਿਆਲ ਹੀ ਨਹੀਂ ਆਇਆ ਵੀ ਮੈਂ ਗੁਰੂ ਬਣ ਕੇ ਗੱਦੀ ਦੇ ਉੱਤੇ ਬੈਠਾਂ। ਜੇ ਪਰ ਸੰਤਾ ਆਪਣੀ ਠਾਨੋ, ਤੇ ਬਾਬਾ ਸੂਰਜਮਲ ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰ ਰਹੇ, ਕਿਉਂਕਿ ਪਹਿਲਾ ਜਿਹੜਾ ਰੋਸ ਸੀ ਉਹਦੇ ਮਾਤਾ ਦਾ ਸੀ ਨਾ, ਜਿਹੜੀ ਸਾਖੀ ਆਈ ਹੈ। ਪਰ ਪੁੱਤਰ ਕੀ ਕਹਿ ਰਿਹਾ, ਉਹ ਕੀ ਚਾਹੁੰਦਾ ਹੈ ਆਪਣੇ ਪਿਤਾ ਦੇ ਕੋਲੋਂ। ਮਹਾਰਾਜ ਨੇ ਪੁੱਛ ਲਿਆ, ਸਿੱਧੀ ਗੱਲ ਕਹਿ ਦੀ ਵੀ ਗੁਰੂ ਬਣਨਾ ਚਾਹੁੰਦਾ ਹੈ। ਸੂਰਜਮਲ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਮੈਂ ਗੁਰੂ ਬਣਨਾ ਤੇ ਨਹੀਂ ਚਾਹੁੰਦਾ, ਪਰ ਜੇ ਹੁਣ ਤੁਸੀਂ ਖੁਸ਼ ਹੀ ਹੋ, ਜੇ ਮੈਨੂੰ ਕੁਝ ਦੇਣਾ ਹੀ ਚਾਹੁੰਦੇ ਹੋ, ਜੇ ਮੇਰੇ ਤੇ ਪ੍ਰਸੰਨਤਾ ਹੈ ਤੁਹਾਡੀ, ਮੁਝ ਕੋ ਦੇਨੋ ਉਚਤ ਜਾਨੋ, ਜੇ ਤੁਸੀਂ ਮੈਨੂੰ ਕੁਝ ਦੇਣਾ ਚੰਗਾ ਸਮਝਦੇ ਹੋ। ਸੂਰਜਮਲ ਕਹਿੰਦਾ ਹੈ ਛੇਵੇਂ ਪਾਤਸ਼ਾਹ ਪਿਤਾ ਸਤਿਗੁਰੂ ਜੇ ਤੁਹਾਨੂੰ ਲੱਗਦਾ ਵੀ ਸੂਰਜਮਲ ਨੂੰ ਕੁਝ ਦੇਣਾ ਚਾਹੀਦਾ ਏ, ਤੋ ਸਿੱਖੀ ਆਪਣੀ ਮੁਝ ਦੀਜੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਬਾਬਾ ਸੂਰਜਮਲ ਕਹਿਣ ਲੱਗੇ ਮਹਾਰਾਜ ਜੇ ਤੁਸੀਂ ਚਾਹੁੰਦੇ ਹੀ ਹੋ ਨਾ, ਜੇ ਤੁਹਾਨੂੰ ਚੰਗਾ ਲੱਗਦਾ ਵੀ ਸੂਰਜਮਲ ਨੂੰ ਵੀ ਕੁਝ ਦਈਏ, ਤੇ ਪਾਤਸ਼ਾਹ ਮੈਨੂੰ ਆਪਣੇ ਘਰ ਦੀ ਸਿੱਖੀ ਦੀ ਦਾਤ ਬਖਸ਼ ਦਿਓ। ਮੈਂ ਨਹੀਂ ਗੁਰਤਾ ਗੱਦੀ ਮੰਗਦਾ, ਮੈਨੂੰ ਆਪਣੇ ਘਰ ਦਾ ਸਿੱਖ ਬਣਾ ਲਓ। ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ ਮੈਂ ਝਾੜੂ ਗੁਰਦਾਰ ਬਣਿਆ ਰਹਾ, ਮੈਂ ਗੁਰੂ ਨਾਨਕ ਦੇਵ ਸਾਹਿਬ ਦਾ ਸਿੱਖ ਬਣ ਕੇ ਜਗਤ ਵਿੱਚ ਰਹਾ।
ਇਹ ਬਾਬਾ ਸੂਰਜਮਲ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ। ਗੁਰ ਤਾ ਭਾਰ ਨ ਸਹੁ ਲਖੀਜੈ। ਮਹਾਰਾਜ ਮੈਂ ਤਾਂ ਸਿੱਖੀ ਬਣ ਕੇ ਜਿਉਣਾ ਚਾਹੁੰਦਾ। ਉਹਦਾ ਮਾਈ ਪਤਾ ਨਹੀਂ ਕੀ ਉਹਦਾ ਰੋਸ ਹੈ, ਤੁਸੀਂ ਜਾਣੋ। ਵੱਡਿਆਂ ਵਿੱਚ ਅਸੀਂ ਛੋਟੇ ਕੀ ਬੋਲ ਸਕਦੇ ਹਾਂ, ਕਿਉਂਕਿ ਮੈਨੂੰ ਤਾਂ ਪਤਾ ਹੈ ਵੀ ਗੁਰਤਾ ਗੱਦੀ ਦਾ ਭਾਰ ਮੈਂ ਨਹੀਂ ਚੁੱਕ ਸਕਦਾ। ਇਹ ਵੇਖਿਆ ਮਹਾਰਾਜ, ਜ਼ਿੰਮੇਵਾਰੀਆਂ ਤੁਹਾਡੇ ਵਾਲੀਆਂ ਮੈਂ ਨਹੀਂ ਨਿਭਾ ਸਕਦਾ। ਸੁਣਤ ਪ੍ਰਸੰਨ ਕਿਰਪਾ ਨਿਧ ਹੋਏ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੁੱਤਰ ਦੇ ਮੁਖ ਵਿੱਚੋਂ ਇਹ ਗੱਲ ਸੁਣੀ ਕਿ ਮਹਾਰਾਜ ਜੇ ਦੇਣਾ ਹੀ ਹੈ ਤਾਂ ਸਿੱਖੀ ਦੀ ਦਾਤ ਦਿਓ, ਗੁਰਤਾ ਗੱਦੀ ਦਾ ਭਾਰ ਮੈਂ ਨਹੀਂ ਚੁੱਕ ਸਕਦਾ। ਗੁਰੂ ਹਰਗੋਬਿੰਦ ਸਾਹਿਬ ਆਪਣੇ ਪੁੱਤਰ ਦੀ ਗੱਲ ਸੁਣ ਕੇ ਬਹੁਤ ਹੀ ਖੁਸ਼ ਹੋਏ। ਉਸ ਵੇਲੇ ਸੋ ਪ੍ਰਸੰਨ ਹੋਏ ਸੁਤ ਅਵਲ ਹੋਏ। ਚੰਗੀ ਤਰ੍ਹਾਂ ਖੁਸ਼ ਹੋ ਕੇ, ਜਿਹੜੀ ਐਨ ਪੂਰਨ ਖੁਸ਼ੀ ਦੀ ਅਵਸਥਾ ਹੁੰਦੀ ਹੈ ਨਾ, ਗੁਰੂ ਦੀ ਜਦੋਂ ਬਖਸ਼ਿਸ਼ਾਂ ਕਰਦੇ ਨੇ, ਪੂਰਨ ਖੁਸ਼ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬੇ ਸੂਰਜਮਲ ਆਪਣੇ ਪੁੱਤਰ ਵੱਲ ਵੇਖਿਆ। ਸਾਧ ਸਾਧ ਤੈ ਸਭ ਕਿਛ ਲੀਨਾ। ਮਹਾਰਾਜ ਕਹਿੰਦੇ ਪੁੱਤਰ ਇਹੀ ਆਸ ਸੀ ਤੇਰੇ ਤੋਂ, ਸ਼ਾਬਾਸ਼ ਸੂਰਜਮਲ ਸ਼ਾਬਾਸ਼। ਕਹਿੰਦੇ ਹੁਣ ਪਿੱਛੇ ਰਹਿ ਹੀ ਕੀ ਗਿਆ, ਤੂੰ ਸਿੱਖੀ ਮੰਗ ਲਈ, ਤੂੰ ਸਾਰਾ ਕੁਝ ਹੀ ਮੰਗ ਲਿਆ, ਤੇਰੇ ਕੋਲ ਸਾਰਾ ਕੁਝ ਹੀ ਆ ਗਿਆ ਏ। ਗੁਰਤਾ ਆਦਿਕ ਜੇ ਵਥ ਗੁਰਤਾ। ਇਹ ਗੁਰਤਾ ਗੱਦੀ ਆਦਿਕ ਜਿਹੜੀ ਵੱਡੀਆਂ ਵਸਤੂਆਂ ਹਨ, ਇਹ ਵੀ ਤੇ ਸੇਵਾ ਦੇ ਵਾਸੀ ਨੇ ਨਾ। ਜਿਨ੍ਹਾਂ ਨੇ ਵੀ ਸੇਵਾ ਕੀਤੀ ਹੈ, ਸਿੱਖੀ ਕਮਾਈ ਹੈ, ਉਹਨਾਂ ਨੂੰ ਗੁਰਤਾ ਗੱਦੀ ਮਿਲੀ ਹੈ। ਤੇ ਜੇ ਤੂੰ ਮਹਾਰਾਜ ਕਹਿੰਦੇ ਸਿੱਖੀ ਦੀ ਦਾਤ ਮੰਗ ਲਈ, ਹੁਣ ਪਿੱਛੇ ਕੀ ਰਹਿ ਗਿਆ ਏ। ਸਿੱਖੀ ਕੇ ਅਧੀਨ ਹੈ ਸਾਰੀ। ਕਿਉਂਕਿ ਹਰ ਇੱਕ ਚੀਜ਼ ਸਿੱਖੀ ਸੇਵਕੀ ਦੇ ਅਧੀਨ ਹੈ। ਜਿਨ੍ਹਾਂ ਨੇ ਸਿੱਖੀ ਕਮਾਈ ਹੈ, ਜਿਨ੍ਹਾਂ ਨੇ ਸੇਵਾ ਕੀਤੀ ਹੈ, ਬਾਬਾ ਲੈਣਾ ਜੀ ਜਵਾਨੀ ਦੀ ਉਮਰ, ਜਿਸ ਉਮਰ ਦੇ ਵਿੱਚ ਨੌਜਵਾਨ ਕਿਸੇ ਨੂੰ ਕੁਝ ਸਮਝਦੇ ਨਹੀਂ, 28 ਵਰ੍ਹਿਆਂ ਦੀ ਉਮਰ, ਇਹ ਉਹ ਉਮਰ ਹੈ ਜਿਸ ਵੇਲੇ ਮਾਂ ਬਾਪ ਦਾ, ਸਿਆਣਿਆਂ ਦਾ ਕਹਿਆ ਹੋਇਆ ਨੌਜਵਾਨਾਂ ਮੁੰਡਿਆਂ ਨੂੰ ਚੰਗਾ ਨਹੀਂ ਲੱਗਦਾ, ਕਹਿੰਦੇ ਅਸੀਂ ਮਰਜ਼ੀ ਕਰਾਂਗੇ। ਉਸ ਉਮਰ ਵਿੱਚ ਗੁਰੂ ਨਾਨਕ ਦੇਵ ਸਾਹਿਬ ਦੇ ਦਰ 'ਤੇ ਆ ਕੇ 7 ਸਾਲ ਸੇਵਾ ਕੀਤੀ। 28 ਤੋਂ 35 ਇਹ ਪੂਰੇ ਜਿਹੜੇ ਜਵਾਨੀ ਦੇ ਜੋਸ਼ ਵਾਲੇ ਸਾਲ ਹੁੰਦੇ ਨੇ, ਉਹ ਗੁਰੂ ਘਰ ਦੀ ਸੇਵਾ ਕਰਦੇ ਆ। 7 ਵਜਨ ਕਹਿੰਦੇ ਆ ਆਪਣਾ ਜੀਵਨ ਜਿਹੜਾ ਲੰਘਾਇਆ ਤਾਂ ਸਿੱਖੀ ਕਮਾ ਕੇ ਸੇਵਾ ਕਰਕੇ ਗੁਰੂ ਬਣ ਗਏ। ਫਿਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ 72 ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਦੀ ਸ਼ਰਨ ਆਏ। ਜਦੋਂ ਬੁਢੇਪਾ ਹੋ ਜਾਂਦਾ ਏ ਤੇ ਬੁਢੇਪੇ ਦੇ ਵਿੱਚ ਫਿਰ ਮਨੁੱਖ ਅੰਦਰ ਹੰਕਾਰ ਵੀ ਬਹੁਤ ਆ ਜਾਂਦਾ। ਕਹਿੰਦਾ ਜੋ ਮੈਂ ਕਹਾਂ ਉਹੀ ਮੰਨਣਾ ਚਾਹੀਦਾ ਏ, ਮੇਰੀ ਉਮਰ ਇੰਨੀ ਹੈ, ਮੇਰੀ ਉਮਰ ਵਿੱਚ ਇੰਨੇ ਐਤਵਾਰ ਆਏ ਆ ਵੀ ਤੇਰੀ ਸਾਰੀ ਉਮਰ ਨਹੀਂ ਹੋਣੀ ਮੁੰਡਿਆ। ਇੱਦਾਂ ਬਜ਼ੁਰਗ ਕਹਿੰਦੇ ਆ। ਫਿਰ ਹੰਕਾਰ ਹੁੰਦਾ ਹੈ ਉਮਰ ਦਾ ਵੀ 72 ਵਰ੍ਹਿਆਂ ਦੀ ਉਮਰ, ਜਿੱਥੇ ਆਪਣੇ ਵੱਡੇਪਨ ਹੋਣ ਦਾ ਹੰਕਾਰ ਹੋਣਾ ਚਾਹੀਦਾ ਸੀ, ਉੱਥੇ ਗੁਰੂ ਅੰਗਦ ਦੇਵ ਮਹਾਰਾਜ ਦੇ ਦਰ 'ਤੇ 12 ਸਾਲ ਗਾਗਰਾਂ ਢੋਂਦੇ ਰਹੇ, ਸਿੱਖੀ ਕਮਾਈ ਹੈ। ਮਹਾਰਾਜ ਸਾਹਿਬ ਜੀ ਰੋਟੀ ਦਾ ਟੁੱਕ ਵੀ ਨਹੀਂ ਸੀ ਲੰਗਰ 'ਚੋਂ ਖਾਣ ਦਿੰਦੇ, ਇੰਨੀਆਂ ਪਰਖਾਂ ਕਰਦੇ ਰਹੇ। ਇੱਦਾਂ ਕਰਨਾ ਵੀ ਜਿੰਨੇ ਵੀ ਬਰਤਨ ਵਿੱਚ ਜੂਠ ਬਚਣੀ ਖਡੂਰ ਸਾਹਿਬ, ਉਹ ਗੁਰੂ ਅਮਰਦਾਸ ਸਾਹਿਬ ਜੀ ਨੇ ਛਕ ਲੈਣੀ। ਪਤਾ ਕੀਤਾ ਪੁਰਖਾ ਪ੍ਰਸ਼ਾਦਾ ਕਿੱਥੋਂ ਛਕਦਾ, ਮਹਾਰਾਜ ਲੰਗਰ ਦੀ ਜੂਠ। ਕਹਿੰਦੇ ਵੀ ਜਿੰਨੀ ਕੁ ਸੇਵਾ ਕਰਦਾ ਉਹਨਾਂ ਕੁ ਖਾਈ ਜਾਂਦੇ, ਸੇਵਾ ਕਾਹਦੀ ਹੈ ਤੇਰੀ। ਇੰਨੀਆਂ ਪਰਖਾਂ ਕੀਤੀਆਂ। ਬੁਢੇਪੇ ਦੀ ਉਮਰ ਦੇ ਵਿੱਚ ਜਿੱਥੇ ਨੌਜਵਾਨਾਂ ਦੀ ਸਲਾਹ ਵੀ ਬਜ਼ੁਰਗਾਂ ਨੂੰ ਚੰਗੀ ਨਹੀਂ ਲੱਗਦੀ, ਮਹਾਰਾਜ ਸਾਹਿਬ ਜੀ ਨੇ ਉਮਰ ਵਿੱਚ ਆਪਣੇ ਤੋਂ ਛੋਟੇ ਪਰ ਗੁਰੂ ਨਾਨਕ ਸਾਹਿਬ ਦੇ ਗੱਦੀ ਦੇ ਮਾਲਕ ਦੇ ਦਰ 'ਤੇ ਰਹਿੰਦਿਆਂ ਹੋਇਆਂ 12 ਵਰ੍ਹੇ ਪਾਣੀ ਢੋਇਆ। ਸੋ ਇਸ ਪ੍ਰਕਾਰ ਜਿੰਨੀ ਵੀ ਸਾਖੀ ਅੱਗੇ ਤੋਂ ਅੱਗੇ ਆਪਾਂ ਖੜ ਸਕਦੇ ਹਾਂ। ਐਵੇਂ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ ਸੇਵਾ ਕੀਤੀ ਵੀ ਜਿਵੇਂ ਕਹਿੰਦੇ ਵੀ ਜਵਾਈ ਦੇ ਮਿੱਟੀ ਦਾ ਮਾਧੋ ਹੋਵੇ ਉਹੀ ਨਹੀਂ ਮਾਣ, ਪਰ ਸਾਰੀ ਉਮਰ ਗੁਰੂ ਸਾਹਿਬ ਦੇ ਦਰ 'ਤੇ ਸੇਵਾ ਕੀਤੀ। ਕਦੀ ਜਵਾਈਆਂ ਵਾਲਾ ਆਪਣਾ ਆਪ ਜਣਾਇਆ ਹੀ ਨਹੀਂ ਗੁਰੂ ਅਮਰਦਾਸ ਸਾਹਿਬ ਜੀ ਨੂੰ, ਕਦੀ ਇੱਦਾਂ ਕਿਹਾ ਹੀ ਨਹੀਂ। ਲਾਹੌਰੋਂ ਆਏ ਸੀ, ਉਹਨਾਂ ਕਹਿ ਦਿੱਤਾ, ਕਹਿਣ ਲੱਗੇ ਰਾਮਦਾਸ ਤੂੰ ਤਾਂ ਸਾਡੀ ਮਿੱਟੀ ਜਿਹੜੀ ਆ ਉਹ ਪਲੀਤ ਕਰਤੀ, ਤੂੰ ਆਪਣੇ ਸਹੁਰਿਆਂ ਦੇ ਘਰੇ ਆ ਟੋਕਰੇ ਢੋਣਾ ਮਿੱਟੀ ਦੇ, ਤੂੰ ਤਾਂ ਸਾਡੀ ਇੱਜ਼ਤ ਖਰਾਬ ਕਰਤੀ। ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਉਹ ਤੁਹਾਨੂੰ ਇਹ ਮਿੱਟੀ ਦੇ ਟੋਕਰੇ ਲੱਗਦੇ, ਸਾਨੂੰ ਤੇ ਇਹ ਗੁਰਤਾ ਗੱਦੀ ਦੇ ਜਗਤ ਦੀ ਮਾਲਕੀ ਦੇ ਛਤਰ ਝੁਲਦੇ ਦਿਖਦੇ ਹਨ ਸ੍ਰੀ ਰਾਮਦਾਸ ਜੀ ਦੇ ਸਿਰ 'ਤੇ। ਇਸ ਪ੍ਰਕਾਰ ਨਾਲ ਇਹੀ ਇਸ਼ਾਰਾ ਗੁਰੂ ਹਰਗੋਬਿੰਦ ਸਾਹਿਬ ਜੀ ਕਰ ਰਹੇ ਨੇ ਸੂਰਜਮਲ ਵੱਲ। ਕਹਿਣ ਲੱਗੇ ਬੇਟਾ ਸੂਰਜਮਲ ਸ਼ਾਬਾਸ਼ ਤੇਰੇ, ਧੰਨ ਹੈ ਤੂੰ, ਧੰਨ ਹੈ।
ਜਿਹਨੇ ਸਿੱਖੀ ਮੰਗ ਲਈ, ਜਿਹਨੂੰ ਸਿੱਖੀ ਮਿਲ ਗਈ, ਉਹਨੂੰ ਪਿੱਛੇ ਕੀ ਰਹਿ ਗਿਆ? ਗੁਰਿਆਈ ਵੀ ਤੇ ਸਿੱਖੀ ਕਮਾਈ ਕਰਨ ਵਾਲਿਆਂ ਨੂੰ ਹੀ ਮਿਲਦੀ ਹੈ ਨਾ। ਇਹ ਵੱਡੀਆਂ ਵੱਡੀਆਂ ਦਾਤਾਂ ਵੀ ਸਿੱਖਾਂ ਦੇ ਵਸ ਵਿੱਚ ਹਨ। ਵਧੇ ਬੰਸ ਬਹੁ ਤੋਹੇ ਅਗਾਰੀ। ਮਹਾਰਾਜ ਖੁਸ਼ ਹੋ ਗਏ ਤੇ ਵਰ ਦੇਣ ਲੱਗ ਪਏ। ਕਹਿੰਦੇ ਸੂਰਜਮਲ ਤੇਰਾ ਪਰਿਵਾਰ, ਤੇਰਾ ਬੰਸ ਬਹੁਤ ਹੀ ਜ਼ਿਆਦਾ ਵੱਧ ਜਾਵੇਗਾ। ਗੁਰਤਾਪੀ ਪ੍ਰਾਪਤ ਹੋਏ ਜੈ। ਤੈਨੂੰ ਗੁਰਤਾ ਹੀ ਪ੍ਰਾਪਤ ਸਮਝ। ਜਿਹੜੇ ਗੁਰਮੁਖ ਹੁੰਦੇ ਆ, ਜੋ ਦੀਸੇ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਗੁਰਮੁਖਾਂ ਦੇ ਪੈਰੀ ਵੀ ਲੋਕ ਮੱਥਾ ਟੇਕਦੇ ਆ ਗੁਰੂ ਦੇ ਵਾਂਗ ਹੀ। ਉਹ ਗੁਰਤਾ ਗੱਦੀ ਵੀ ਮਨ ਨੂੰ ਤੈਨੂੰ ਪ੍ਰਾਪਤ ਹੋ ਗਈ। ਗੁਰਮੁਖ ਜਾਣ ਕੇ ਤੇਰੇ ਪੈਰਾਂ ਤੇ ਝੁਕ ਝੁਕ ਨਮਸਕਾਰਾਂ ਕਰਨਗੇ। ਅਦਕ ਬੜਾਈ ਕੋ ਤਬ ਪਹਿ। ਫਿਰ ਤੇਰਾ ਬੰਸ ਜਿਹੜਾ ਹੈ ਬਹੁਤਾ ਵਧੇਗਾ, ਬਹੁਤ ਹੀ ਵੱਡੀ ਤੈਨੂੰ ਵਡਿਆਈ ਪ੍ਰਾਪਤ ਹੋਵੇਗੀ। ਚਲਹਿ ਪੰਥ ਮੇਰੋ ਜਗ ਭਾਰੀ। ਕਹਿੰਦੇ ਗੁਰੂ ਨਾਨਕ ਸਾਹਿਬ ਦਾ ਪੰਥ ਜਗਤ ਵਿੱਚ ਬਹੁਤ ਭਾਰੀ ਚੱਲੇਗਾ। ਸਾਰੇ ਜਗਤ ਵਿੱਚ ਗੁਰੂ ਨਾਨਕ ਸਾਹਿਬ ਦੀ ਸਿੱਖੀ ਪ੍ਰਗਟ ਹੋਵੇਗੀ। ਸੋ ਸਭ ਪੂਜਾ ਕਰੇ ਤੁਮਾਰੀ। ਸੂਰਜਮਲ ਤੂੰ ਸਾਡੀਆਂ ਖੁਸ਼ੀਆਂ ਪਾ ਲਈਆਂ ਨੇ। ਜਿੰਨੇ ਵੀ ਸਾਡੇ ਸਿੱਖ ਹੋਣਗੇ ਉਹ ਸਾਰੇ ਹੀ ਤੇਰੀ ਬੰਸ ਦੀ ਪੂਜਾ ਪੁਜਾਰੀ ਕਰਨਗੇ, ਮਾਨ ਸਨਮਾਨ ਕਰਨਗੇ ਤੇਰਾ। ਕਿਸ ਵਸਤ ਕੀ ਕਮੀ ਨਾ ਹੋਏ। ਬੇਟਾ ਕਿਸੇ ਵੀ ਤਰ੍ਹਾਂ ਦੀ ਵਸਤੂ ਦੀ ਕਮੀ ਨਹੀਂ ਰਹੇਗੀ। ਤੇਰੇ ਘਰ ਵਿੱਚ ਸਭ ਭੰਡਾਰੇ ਪਦਾਰਥ ਭਰ ਜਾਣਗੇ। ਆਸਨਿਸ ਬੰਸ ਤੋਹੇ ਜਗ ਜੋਏ। ਤੇਰਾ ਇਹੋ ਜਿਹਾ ਮਹਾਰਾਜ ਕਹਿੰਦੇ ਵੀ ਬੰਸ ਵਧੇਗਾ, ਤੂੰ ਵੇਖੇਂਗਾ। ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਦੀਆਂ ਬਖਸ਼ਿਸ਼ਾਂ ਹੋਈਆਂ ਬਾਬਾ ਸੂਰਜਮਲ ਤੇ ਜਿੰਨੇ ਵੀ ਸੋਢੀ ਨੇ ਨਾ ਗੁਰੂ ਘਰ ਦੇ, ਹੁਣ ਤੀਕਰ ਵੀ ਜਿਹੜੇ ਹੋਣਗੇ ਉਹ ਸਾਰੇ ਬਾਬੇ ਸੂਰਜਮਲ ਦੀ ਬੰਸ ਹੈ। ਕਿਉਂਕਿ 7ਵੇਂ ਪਾਤਸ਼ਾਹ ਤੋਂ ਬਾਅਦ 8ਵੇਂ ਪਾਤਸ਼ਾਹ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਆਨੰਦ ਕਾਰਜ ਨਹੀਂ ਹੋਏ। ਰਾਮ ਰਾਏ ਉਹ ਵੱਖਰਾ ਜਿਹਾ ਹੋ ਗਿਆ, ਧੀਰਮਲ ਵੀ ਵੱਖਰਾ ਜਿਹਾ ਹੋ ਕੇ ਮਰ ਗਏ ਉਹ ਤੇ। ਪਰ ਬਾਕੀ 10ਵੇਂ ਪਾਤਸ਼ਾਹ ਦੇ ਅੱਗੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ। ਮਹਾਰਾਜ ਸਾਹਿਬ ਜੀ ਦੇ ਮਾਤਾ ਜੀ, ਮਹਾਰਾਜ ਸਾਹਿਬ ਜੀ ਦੇ ਫਿਰ ਪਿਤਾ ਜੀ ਸ਼ਹੀਦ ਹੋ ਗਏ। ਤੇ ਸੋਢੀਆਂ ਦੀ ਜਿਹੜੀ ਬੰਸ ਅੱਗੇ ਚੱਲੀ ਉਹ ਸਾਰੀ ਫਿਰ ਸੂਰਜਮਲ ਤੋਂ ਚੱਲੀ। ਬਾਬੇ ਸੂਰਜਮਲ ਦੇ ਪੁੱਤ ਪੋਤਰੇ ਉਹਨਾਂ ਦਾ ਹੀ ਅੱਗੇ ਤੋਂ ਅੱਗੇ ਬਹੁਤਾ ਪਰਿਵਾਰ ਚੱਲਿਆ। ਫਿਰ ਜਦੋਂ ਆਨੰਦਪੁਰ ਸਾਹਿਬ ਮਹਾਰਾਜ ਛੱਡ ਗਏ, ਕੀਰਤਪੁਰ ਸਾਹਿਬ ਦੀ ਸੇਵਾ, ਆਨੰਦਪੁਰ ਸਾਹਿਬ ਦੀ ਸੇਵਾ, ਗੁਰੂ ਧਾਮਾਂ ਦੀ ਸੇਵਾ ਸੰਭਾਲ, ਪੂਜਾ ਪੁਜਾਰੀ ਸਭ ਕੁਝ ਬਾਬੇ ਸੂਰਜਮਲ ਦੀ ਬੰਸ ਕੋ ਆਇਆ। ਤੇ ਹੁਣ ਤੀਕਰ ਵੀ ਜੇ ਕੋਈ ਗੁਰੂ ਸਾਹਿਬ ਦੀ ਬੰਸ ਵਿੱਚੋਂ ਕੋਈ ਹੋਵੇਗਾ ਤਾਂ ਉਹ ਬਾਬੇ ਸੂਰਜਮਲ ਦੇ ਰਾਹੀਂ ਹੈ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੁੱਤਰ ਦੇ ਸਿੱਖੀ ਦੀ ਦਾਤ ਮੰਗਣ ਦੀ ਖੁਸ਼ੀ ਵਿੱਚ ਹੀ ਸਾਰੀਆਂ ਬਖਸ਼ਿਸ਼ਾਂ ਕਰ ਦਿੱਤੀਆਂ ਕਿ ਬੇਟਾ ਤੇਰੀ ਬੰਸ ਜਗਤ ਵਿੱਚ ਬਹੁਤ ਹੀ ਵਧੇਗੀ। ਤੇ ਵਧੀ ਵੀ। ਜਿੰਨੇ ਵੀ ਸੋਢੀ ਗੁਰੂ ਘਰ ਦੇ ਨਾਲ ਸੰਬੰਧਿਤ ਨੇ ਉਹ ਸਾਰੇ ਬਾਬੇ ਸੂਰਜਮਲ ਦੇ ਪੁੱਤਰ ਪੋਤਰਿਆਂ ਤੋਂ ਅੱਗੇ, ਦੋਤਰਿਆਂ ਤੋਂ ਅੱਗੇ ਵਧੇ ਹਨ। ਇਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਤੇਰੀ ਬੰਸ ਅਸੀਂ ਵੇਖ ਰਹੇ ਹਾਂ, ਤੂੰ ਵੇਖੇਂਗਾ ਜੱਗ ਵਿੱਚ ਬੜੀ ਫੈਲੇਗੀ, ਪ੍ਰਗਟ ਹੋਵੇਗੀ। ਸਿੱਖੀ ਜਾਚਨ ਤੇ ਸਭ ਪਾਏ। ਇਹ ਜਦੋਂ ਸਿੱਖੀ ਦੀ ਜਾਚਨਾ ਕੀਤੀ ਹੈ ਨਾ, ਦੋਵੇਂ ਹੱਥ ਜੋੜ ਕੇ ਪੁੱਤ ਸਿੱਖੀ ਦੀ ਦਾਤ ਮੰਗ ਲਈ ਹੈ, ਇਸੇ ਖੁਸ਼ੀ ਜੀ ਤੂੰ ਸਭ ਕੁਝ ਹੀ ਪਾ ਲਿਆ, ਪਿੱਛੇ ਰਹਿ ਹੀ ਕੁਝ ਨਹੀਂ ਗਿਆ। ਤੋਹੇ ਬੰਸ ਕੀ ਵਧੇ ਬੜਾਈ। ਤੇਰੇ ਬੰਸ ਦੀ, ਤੇਰੇ ਪਰਿਵਾਰ ਦੀ ਵਡਿਆਈ ਵਧੇਗੀ। ਗੁਰੂ ਮਹਾਰਾਜ ਕਹਿੰਦੇ ਸਾਡੇ ਸਿੱਖ ਤੇਰੀ ਬੰਸ ਦੀ ਸੇਵਾ ਕਰਨਗੇ। ਗੁਰੂ ਪਿਤਾ ਕੇ ਸੁਣ ਕਰ ਬੈਨ। ਗੁਰੂ ਹਰਗੋਬਿੰਦ ਸਾਹਿਬ ਆਪਣੇ ਪਿਤਾ ਦੇ ਬਚਨ ਸੁਣ ਕੇ ਬਾਬਾ ਸੂਰਜਮਲ ਜੀ ਨੇ ਬੰਧਨ ਕੀਨ ਨੀਚ ਕਰ ਨੈਣ। ਨੀਵੇਂ ਨੇਤਰ ਕਰਕੇ, ਕਿਉਂਕਿ ਨੇਤਰ ਤਾਂ ਨੀਵੇਂ ਹੀ ਰੱਖਦੇ ਸਨ, ਮਹਾਰਾਜ ਦੇ ਚਰਨਾਂ ਦੇ ਸਿਰ ਰੱਖ ਕੇ ਮੱਥਾ ਟੇਕਿਆ। ਸਕਲ ਬਾਕ ਜਨਨੀ ਸੰਗ ਕਹੇ। ਘਰੇ ਆਏ ਮਾਂ ਨੇ ਪੁੱਛਿਆ ਵੀ ਪੁੱਤਰ ਕੀ ਆਂਦੇ? ਸਤਿਗੁਰੂ ਪਿਤਾ ਜੀ ਨੇ ਕੀ ਕਿਹਾ ਫਿਰ ਤੈਨੂੰ ਬੁਲਾ ਕੇ? ਤੇ ਸਾਰੀ ਗੱਲਬਾਤ ਬਾਬਾ ਸੂਰਜਮਲ ਜੀ ਨੇ ਆਪਣੀ ਜਨਨੀ ਦੇ ਨਾਲ ਮਾਤਾ ਨੂੰ ਕਿਹਾ ਵੀ ਮਾਤਾ ਜੀ ਸਤਿਗੁਰੂ ਮੈਨੂੰ ਕਹਿੰਦੇ ਤੂੰ ਗੁਰੂ ਬਣਨਾ ਚਾਹੁੰਦਾ ਹੈ। ਮਾਂ ਕਹਿੰਦੀ ਫਿਰ ਪੁੱਤ ਤੂੰ ਕੀ ਕਿਹਾ? ਮੈਂ ਕਿਹਾ ਨਹੀਂ ਮਹਾਰਾਜ ਮੈਂ ਜੇ ਬਣਨਾ ਹੀ ਹੈ ਤੇ ਤੁਹਾਡਾ ਸਿੱਖ ਬਣਨਾ ਚਾਹੁੰਦਾ ਹਾਂ। ਤੇ ਫਿਰ ਖੁਸ਼ ਹੋ ਕੇ ਮਹਾਰਾਜ ਨੇ ਬੜੇ ਵਰ ਦਿੱਤੇ ਨੇ, ਬਹੁਤੀਆਂ ਖੁਸ਼ੀਆਂ ਕੀਤੀਆਂ। ਉਹ ਸਾਰੀ ਗੱਲ ਵਿਸਥਾਰ ਨਾਲ ਮਾਤਾ ਮਹਾਂਦੇਵੀ ਨੂੰ ਸੂਰਜਮਲ ਨੇ ਦੱਸੀ ਏ। ਸੁਨ ਕਸ ਰਿਸ ਉਰਹਾਨੀ ਲਹੇ। ਤੇ ਜਦੋਂ ਸੂਰਜਮਲ ਜੀ ਨੇ ਆ ਕੇ ਦੱਸਿਆ ਵੀ ਐਵੇਂ ਮੈਂ ਆਪ ਵੀ ਕਿਹਾ ਵੀ ਗੁਰੂ ਨਹੀਂ ਬਣਨਾ ਤੇ ਸਿੱਖ ਬਣਨਾ ਹੈ, ਤੇ ਗੁਰੂ ਨੇ ਕਿਹਾ ਤੇਰੀ ਬੰਸੀ ਬੜੀ ਵਧੇਗੀ।
ਤੁਹਾਡੀ ਪੂਜਾ ਪੁਜਾਰੀ ਹੋਵੇਗੀ। ਸੁਣ ਕੇ ਮਾਤਾ ਦਾ ਗੁੱਸਾ ਥੋੜਾ ਜਿਹਾ ਠੰਡਾ ਹੋਇਆ। ਮਾਤਾ ਮਹਾਦੇਵੀ ਜੀ ਦੇ ਮਰਵਾਹੀ ਜੀ ਦੇ ਮਨ ਦਾ ਰੋਸ ਦੂਰ ਹੋਇਆ। ਨਿਸਫਲ ਬਾਕਨ ਇਨਕੇ ਹੋਏ। ਕਿਉਂਕਿ ਭਾਵੇਂ ਲੜ ਵੀ ਪਏ, ਨਾਰਾਜ਼ ਵੀ ਹੋ ਗਏ, ਪਰ ਇੱਕ ਗੱਲ ਦਾ ਤੇ ਪਤਾ ਹੀ ਹੈ ਨਾ ਮਾਤਾ ਮਹਾਦੇਵੀ ਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਜਿਹੜਾ ਬਚਨ ਮੁਖੋਂ ਕਰ ਦਿੰਦੇ ਆ ਉਹ ਨਹੀਂ ਫਿਰ ਨਿਸ਼ਫਲ ਜਾਂਦਾ, ਉਹ ਬਚਨ ਹੋ ਕੇ ਹੀ ਰਹਿੰਦਾ ਏ। ਇਹ ਵਿਸ਼ਵਾਸ ਸਦਾ ਮਨ ਭੋਏ। ਇਹ ਮਨ ਦੇ ਵਿੱਚ ਵਿਸ਼ਵਾਸ ਜ਼ਰੂਰ ਹੈ ਮਾਤਾ ਮਰਵਾਹੀ ਜੀ ਨੂੰ, ਕਿਉਂਕਿ ਇਸੇ ਕਰਕੇ ਹੀ ਆਪਣੇ ਪਤੀ ਸਤਿਗੁਰੂ ਕੋ ਕੁਝ ਨਾ ਕੁਝ ਕਹਾਉਣਾ ਚਾਹੁੰਦੇ ਸੀ। ਤੇ ਮਹਾਰਾਜ ਸਾਹਿਬ ਜੀ ਮਾਤਾ ਨੂੰ ਕਹਿ ਦਿੰਦੇ ਸੀ ਵੀ ਕੋਈ ਨਹੀਂ, ਤੂੰ ਹੌਸਲਾ ਰੱਖ, ਪਰਮੇਸ਼ਰ ਦੇ ਵੱਸ ਹੈ। ਗੁੱਸਾ ਤਾਂ ਇਸ ਗੱਲ ਦਾ ਹੀ ਆਇਆ, ਪਰ ਜਦੋਂ ਹੁਣ ਜਾਣਿਆ ਵੀ ਗੁਰੂ ਪਿਤਾ ਨੇ ਆਪਣੇ ਪੁੱਤਰ ਦੇ ਉੱਤੇ ਮੇਰੇ ਪਤੀ ਹਰਗੋਬਿੰਦ ਸਾਹਿਬ ਨੇ ਬਖਸ਼ਿਸ਼ਾਂ ਕਰ ਦਿੱਤੀਆਂ ਏ, ਤਾਂ ਮਨ ਵਿੱਚ ਭਰੋਸਾ ਹੈ ਮਾਤਾ ਮਰਵਾਹੀ ਜੀ ਨੂੰ ਵੀ ਹੁਣ ਮੇਰਾ ਪੁੱਤਰ, ਮੇਰੀ ਬੰਸ ਖਾਲੀ ਨਹੀਂ ਜਾਵੇਗੀ। ਜੇ ਗੁਰਾਂ ਨੇ ਕਿਹਾ ਹੈ ਵੀ ਬੰਸ ਵਧੇਗੀ, ਜ਼ਰੂਰ ਵਧੇਗੀ। ਜੇ ਗੁਰਾਂ ਨੇ ਕਿਹਾ ਹੈ ਵੀ ਸਿੱਖ ਸੰਗਤ ਇਹਨਾਂ ਨੂੰ ਪੂਜਾ ਪੁਜਾਰੀ ਦੇ ਕੇ ਸਨਮਾਨ ਕਰਨਗੇ ਤਾਂ ਜ਼ਰੂਰ ਇਸੇ ਤਰ੍ਹਾਂ ਹੀ ਪ੍ਰਾਪਤ ਹੋਵੇਗਾ। ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਸੂਰਜਮਲ ਦੇ ਉੱਤੇ ਬਖਸ਼ਿਸ਼ਾਂ ਕੀਤੀਆਂ ਨੇ ਤੇ ਮਾਤਾ ਮਰਵਾਹੀ ਜੀ ਦਾ ਰੋਸ ਠੰਡਾ ਹੋਇਆ ਏ। ਇਸੇ ਤਰ੍ਹਾਂ ਹੀ ਮਾਤਾ ਨਾਨਕੀ ਜੀ ਨੇ ਬੇਨਤੀ ਵੀ ਕੀਤੀ ਆਪਣੇ ਪੁੱਤਰ ਵਾਸਤੇ। ਉਹ ਸਾਖੀ ਕੱਲ੍ਹ ਦੇ ਦੀਵਾਨਾਂ ਵਿੱਚ ਆਵੇਗੀ। ਉਹ ਵੀ ਸਤਿਗੁਰਾਂ ਨੇ ਕਿਰਪਾ ਕਰਕੇ ਜੋ ਬਖਸ਼ਿਸ਼ਾਂ ਕੀਤੀਆਂ, ਜਿਵੇਂ ਸ੍ਰੀ ਨਾਨਕੀ ਜੀ ਦੇ ਮਨ ਦਾ